ਜਿਹੜੇ ਵੀ ਵਹੀਕਲ 7500 ਕਿਲੋਗ੍ਰਾਮ ਤੱਕ ਹੈਗੇ ਨੇ ਉਹ ਸਾਰੇ ਵਹੀਕਲ LMV ਲਾਇਸੈਂਸ ਦੇ ਵਿੱਚ ਚੱਲਣਗੇ। ਅਗਰ ਸਾਡਾ ਮੋਟਰਸਾਈਕਲ ਦਾ ਲਾਇਸੈਂਸ ਬਣਿਆ ਹੈ MCWD ਲਿਖਿਆ ਹੈ ਤਾਂ ਅਸੀਂ ਮੋਟਰਸਾਈਕਲ ਚਲਾ ਸਕਦੇ ਹਾਂ, ਨਹੀਂ ਤਾਂ ਨਹੀਂ ਚਲਾ ਸਕਦੇ। ਸਾਡੇ ਤਾਂ ਏਜੰਟ ਨੇ ਕਹਿਤਾ ਸੀ ਜੀ ਹੈਵੀ ਬਣ ਗਿਆ, ਹੈਵੀ ਤੇ ਭਾਵੇਂ ਹਵਾਈ ਜਹਾਜ਼ ਉਡਾ ਲੈ। ਸਾਡੇ ਹੈਵੀ ਲਾਇਸੈਂਸ ਨੂੰ ਸਾਰਾ ਕੁਝ ਹੀ ਮੰਨ ਲਿਆ ਸਾਡੇ ਲੋਕਾਂ ਨੇ ਕਿ ਸਾਡਾ ਹੈਵੀ ਬਣ ਗਿਆ, ਹੈਵੀ ਤੇ ਅਸੀਂ ਸਾਰੇ ਹੀ ਵਹੀਕਲ ਚਲਾ ਸਕਦੇ ਹਾਂ। ਨਹੀਂ ਜੀ, ਬਿਲਕੁਲ ਗਲਤ ਹੈ। ਕਲੇਮ 22 ਲੱਖ ਰੁਪਈਆ ਉਹ ਮੁੰਡਾ ਕਹਿੰਦਾ ਹੈ ਕਿ ਮੈਨੂੰ ਆਪਦੀ ਜੇਬ ਦੇ ਵਿੱਚੋਂ ਭਰਨਾ ਪਿਆ ਕਿਉਂਕਿ ਉਹਦੇ ਕੋਲ ਐਗਰੀਕਲਚਰ ਟਰੈਕਟਰ ਐਂਡ ਪਾਵਰ ਟਿਲਰ ਦਾ ਜਿਹੜਾ ਹੈਗਾ ਉਹ ਲਾਇਸੈਂਸ ਨਹੀਂ ਬਣਿਆ ਹੋਇਆ ਸੀ। ਹੈਵੀ ਚਲਾਉਂਦੇ ਹੋ ਵਹੀਕਲ 7.5 ਟਨ ਤੋਂ ਉੱਪਰ ਤਾਂ ਟਰਾਂਸ ਦਾ ਲਾਇਸੈਂਸ ਹੋਣਾ ਚਾਹੀਦਾ ਹੈ। ਅਗਰ ਘੋੜਾ ਚਲਾਉਂਦੇ ਹੋ ਉਹਦੇ ਲਈ ਅਦਰ ਟ੍ਰੇਲਰਸ ਦਾ ਲਾਇਸੈਂਸ ਹੋਣਾ ਚਾਹੀਦਾ ਹੈ। ਅਗਰ ਤੁਸੀਂ ਕੰਬਾਈਨ ਚਲਾਉਂਦੇ ਹੋ ਉਹਦੇ ਲਈ ਹਾਰਵੈਸਟਰ ਹੋਣਾ ਚਾਹੀਦਾ ਹੈ। ਤੇ ਅਗਰ ਟਰੈਕਟਰ ਟਰਾਲੀ ਚਲਾਉਂਦੇ ਹੋ ਤੇ ਉਹਦੇ ਲਈ ਐਗਰੀਕਲਚਰ ਟਰੈਕਟਰ ਐਂਡ ਪਾਵਰ ਜਿਹੜਾ ਟਿਲਰ ਦਾ ਜਿਹੜਾ ਲਾਇਸੈਂਸ ਉਹ ਹੋਣਾ ਚਾਹੀਦਾ ਹੈ। ਬੀਮਾ ਕੰਪਨੀ ਕਹਿੰਦੀ ਸਾਡੇ ਤੁਸੀਂ ਬੀਮਾ ਕਰਾਓ, ਤੁਹਾਨੂੰ ਕੋਈ ਕਲੇਮ ਪੈ ਗਿਆ ਉਹ ਕਲੇਮ ਅਸੀਂ ਭਰਾਂਗੇ, ਪਰ ਉਹ ਵੀ ਕਲੇਮ ਤਾਂ ਭਰਨਗੇ ਅਗਰ ਸਾਡਾ ਲਾਇਸੈਂਸ ਅਕੋਰਡਿੰਗ ਟੂ ਵਹੀਕਲ ਹੋਊਗਾ। ਸਤਿ ਸ਼੍ਰੀ ਅਕਾਲ। RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਜਿਵੇਂ ਤੁਸੀਂ ਜਾਣਦੇ ਹੋ ਕਿ ਸਮੇਂ-ਸਮੇਂ ਤੇ ਅਸੀਂ ਜਾਣਕਾਰੀ ਭਰਪੂਰ ਮੁਲਾਕਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਤੇ ਅੱਜ ਗੱਲਬਾਤ ਕਰਾਂਗੇ ਲਾਇਸੈਂਸ ਦੇ ਬਾਰੇ ਦੇ ਵਿੱਚ, ਡਰਾਈਵਿੰਗ ਲਾਇਸੈਂਸ ਦੇ ਬਾਰੇ ਦੇ ਵਿੱਚ। ਜਦੋਂ ਵੀ ਅਸੀਂ ਲਾਇਸੈਂਸ ਬਾਰੇ ਸੁਣਦੇ ਹਾਂ ਤਾਂ ਸਾਨੂੰ ਅਕਸਰ ਇਹੀ ਹੁੰਦਾ ਕਿ ਭਾਈ ਅਸੀਂ ਕਿਹੜਾ ਵੀ ਵਾਹਨ ਚਲਾਉਣੇ ਆ, ਡਰਾਈਵਿੰਗ ਲਾਇਸੈਂਸ ਸਾਨੂੰ ਜ਼ਰੂਰੀ ਆ ਸਾਡੇ ਕੋਲੇ ਹੋਣਾ। ਡਰਾਈਵਿੰਗ ਲਾਇਸੈਂਸ ਜਿਹੜਾ ਉਹ ਲਾਜ਼ਮੀ ਆ, ਪਰ ਅਸਲ ਦੇ ਵਿੱਚ ਡਰਾਈਵਿੰਗ ਲਾਇਸੈਂਸ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਕਿਸਮਾਂ ਦੇ ਡਰਾਈਵਿੰਗ ਲਾਇਸੈਂਸ ਹੁੰਦੇ ਨੇ। ਹਾਲਾਂਕਿ ਸਾਨੂੰ ਇੱਕ ਹੈਵੀ ਦੱਸਿਆ ਜਾਂਦਾ, ਇੱਕ ਲਾਈਟ ਦੱਸਿਆ ਜਾਂਦਾ ਕਿ ਭਾਈ ਬਸ ਦੋ ਕੁ ਤਰ੍ਹਾਂ ਦੇ ਲਾਇਸੈਂਸ ਆ। ਪਰ ਅਸੀਂ ਜੇ ਡਰਾਈਵਿੰਗ ਕਰਦੇ ਹਾਂ, ਖਾਸ ਕਰ ਭਾਰਤ ਦੇ ਨਾਗਰਿਕ, ਹਿੰਦੁਸਤਾਨ ਦੇ ਨਾਗਰਿਕ, ਤਾਂ ਇਹ ਜਾਣਨਾ ਸਾਡੇ ਲਈ ਜ਼ਰੂਰੀ ਆ ਕਿ ਭਾਈ ਲਾਇਸੈਂਸ ਜਿਹੜੇ ਆ ਕਿੰਨੀ ਤਰ੍ਹਾਂ ਦੇ ਹੁੰਦੇ ਆ, ਕਿਹੜੇ ਵਾਹਨ ਦੇ ਲਈ ਕਿਹੜਾ ਲਾਇਸੈਂਸ ਜ਼ਰੂਰੀ ਆ। ਤੇ ਅੱਜ ਦੀ ਗੱਲਬਾਤ ਜਿਹੜੀ ਆ ਇਸੇ ਵਿਸ਼ੇ ਤੇ ਕਰਾਂਗੇ। ਮੇਰੇ ਨਾਲ ਬਾਈ ਮਨੀਸ਼ ਹੋਣਗੇ। ਸਭ ਤੋਂ ਪਹਿਲਾਂ ਮਨੀਸ਼ ਬਾਈ ਦਾ ਸਵਾਗਤ ਕਰ ਲੈਂਦੇ ਆ, ਉਸ ਤੋਂ ਬਾਅਦ ਜਿਹੜਾ ਅਗਲੀ ਗੱਲ ਵੱਲ ਵਧਾਂਗੇ। ਮਨੀਸ਼ ਭਾਈ, ਸਭ ਤੋਂ ਪਹਿਲਾਂ RMB ਟੈਲੀਵਿਜ਼ਨ ਤੇ ਸਵਾਗਤ ਹੈ ਤੁਹਾਡਾ। RMB ਟੈਲੀਵਿਜ਼ਨ ਦੇਖ ਰਹੇ ਮੇਰੇ ਪਿਆਰ ਭਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਬਾਈ, ਠੀਕ ਠਾਕ ਹੋ? ਹਾਂਜੀ, ਬਹੁਤ ਵਧੀਆ। ਤੁਸੀਂ ਦੱਸੋ ਜੀ। ਅੱਛਾ, ਜਿਵੇਂ ਬਾਈ ਮਨੀਸ਼ ਆਪਾਂ ਗੱਲ ਕਰਦੇ ਹਾਂ ਕਿ ਲਾਇਸੈਂਸ ਬਾਰੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਨੂੰ ਤਾਂ ਦੱਸਿਆ ਜਾਂਦਾ ਕਿ ਭਾਈ ਇੱਕ ਲਾਈਟ, ਇੱਕ ਹੈਵੀ ਲਾਇਸੈਂਸ ਹੈ ਨਾ। ਤੁਹਾਨੂੰ ਅਕਸਰ ਇਹੀ ਹੁੰਦਾ, ਇਹੀ ਭਾਈ ਦੋ ਕੁ ਹੈਗੇ ਨੇ। ਲਾਇਸੈਂਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਹੈ ਨਾ, ਕਿਹੜੀ ਵਹੀਕਲ ਦੇ ਲਈ, ਕਿਹੜੇ ਵਾਹਨ ਦੇ ਲਈ ਕਿਹੜਾ ਲਾਇਸੈਂਸ ਜਿਹੜਾ ਸਾਡੇ ਇੰਡੀਆ ਦੇ ਵਿੱਚ ਲਾਜ਼ਮੀ ਆ, ਪੰਜਾਬ ਦੇ ਵਿੱਚ ਲਾਜ਼ਮੀ ਆ, ਉਸ ਦੇ ਉੱਪਰ ਜਿਹੜੀ ਆਪਾਂ ਗੱਲਬਾਤ ਕਰਾਂਗੇ। ਸ਼ੁਰੂਆਤ ਕਰਿਓ ਕਿ ਲਾਇਸੈਂਸ ਜਿਹੜੇ ਆ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ। ਠੀਕ ਹੈ ਜੀ। 1 ਸਤੰਬਰ 2019 ਨੂੰ ਇੱਕ ਨਵਾਂ ਮੋਟਰ ਵਹੀਕਲ ਐਕਟ ਪਾਸ ਹੋਇਆ। 1 ਸਤੰਬਰ 2019 ਤੋਂ ਪਹਿਲਾਂ ਸਾਡੇ 3 ਪ੍ਰਕਾਰ ਦੇ ਲਾਇਸੈਂਸ ਹੁੰਦੇ ਸੀਗੇ। ਪਹਿਲਾ ਲਾਇਸੈਂਸ ਬਣਾਉਂਦੇ ਸੀ ਅਸੀਂ ਜਿਸ ਦਾ ਨਾਮ ਹੁੰਦਾ ਸੀ LMV। LMV ਤੋਂ 1 ਸਾਲ ਦੀ ਵੇਟਿੰਗ ਤੋਂ ਬਾਅਦ ਲਾਇਸੈਂਸ ਬਣਦਾ ਸੀਗਾ LTV, ਜਿਹਦੇ ਵਿੱਚ ਸਾਡੀ ਨੋਵਾ, ਸਕਾਰਪੀਓ, ਐਂਡੇਵਰ, ਜਿਵੇਂ ਟਾਟਾ 207 ਕਮਰਸ਼ੀਅਲ ਵਹੀਕਲ ਆ ਜਾਂਦੇ ਸੀਗੇ। ਉਸ ਤੋਂ 1 ਸਾਲ ਦੀ ਵੇਟਿੰਗ ਤੋਂ ਬਾਅਦ ਜਿਹੜਾ ਲਾਇਸੈਂਸ ਬਣਦਾ ਸੀ ਉਹ ਬਣਦਾ ਸੀਗਾ ਹੈਵੀ, ਜਾਨੀ ਇਸ ਨੂੰ ਕਹਿੰਦੇ ਸੀ ਅਸੀਂ ਗ੍ਰੈਜੂਏਸ਼ਨ ਪ੍ਰਣਾਲੀ। ਪਰ ਜਿਹੜਾ 1 ਸਤੰਬਰ 2019 ਦੇ ਵਿੱਚ ਨਵਾਂ ਮੋਟਰ ਵਹੀਕਲ ਐਕਟ ਪਾਸ ਹੋਇਆ, ਉਹਦੇ ਵਿੱਚ 3 ਪ੍ਰਕਾਰ ਦੀਆਂ ਤਬਦੀਲੀਆਂ ਕੀਤੀਆਂ ਗਈਆਂ। ਪਹਿਲੀ ਤਬਦੀਲੀ ਤਾਂ ਇਹ ਕੀਤੀ ਕਿ ਜਿਹੜੀਆਂ ਜੁਰਮਾਨਾ ਰਾਸ਼ੀਆਂ ਸੀਗੀਆਂ ਉਹ ਜਾਨੀ ਕਿ ਉਹਦੇ ਵਿੱਚ 10 ਗੁਣਾ ਵਾਧਾ ਕੀਤਾ ਗਿਆ। ਜੁਰਮਾਨਾ ਰਾਸ਼ੀ ਜਿਵੇਂ ਸਾਡੇ ਚਲਾਨ 500 ਦਾ ਚਲਾਨ 5000 ਦਾ ਹੋ ਗਿਆ। ਦੂਸਰੇ ਨੰਬਰ ਦੇ ਵਿੱਚ ਇਹਦੇ ਵਿੱਚ ਇੱਕ ਤਬਦੀਲੀ ਕੀਤੀ ਗਈ ਕਿ ਜਿਹੜੀ ਹੈਵੀ ਵਹੀਕਲਸ ਦੀ ਡਰਾਈਵਿੰਗ ਲਾਇਸੈਂਸ ਦੀ ਮਿਆਦ ਸੀ ਉਹ 3 ਸਾਲ ਤੋਂ ਵਧਾ ਕੇ 5 ਸਾਲ ਦੀ ਕਰਤੀ। ਤੀਸਰੀ ਤਬਦੀਲੀ ਕੀਤੀ ਕਿ ਜਿਹੜਾ ਲਾਇਸੈਂਸ ਸੀਗਾ ਉਹ LTV ਲਾਇਸੈਂਸ ਨੂੰ ਖਤਮ ਕਰ ਦਿੱਤਾ ਗਿਆ। ਹੁਣ 2 ਤਰ੍ਹਾਂ ਦੇ ਲਾਇਸੈਂਸ ਰਹਿ ਗਏ, LMV ਤੇ HTV ਹੈਵੀ ਬੋਲੇ। ਜਿਹੜਾ ਵਿੱਚ ਵਾਲਾ ਵਿਚਾਲੜਾ ਲਾਇਸੈਂਸ ਸੀਗਾ LTV, ਉਹਦੇ ਵਿੱਚੋਂ ਉਹ ਕੱਟ ਦਿੱਤਾ ਗਿਆ। ਇਸ ਵਾਰ ਹੁਣ LTV ਲਾਇਸੈਂਸ ਨਹੀਂ ਬਣੂਗਾ। LMV ਤੋਂ ਬਾਅਦ ਸਿੱਧਾ ਹੈਵੀ ਜਿਹੜਾ ਹੈਗਾ ਉਹ ਲਾਇਸੈਂਸ ਬਣੂਗਾ। ਹੁਣ ਸਾਡੇ ਲਾਇਸੈਂਸਾਂ ਦੇ ਵਿੱਚ ਬਹੁਤ ਸਾਰੀਆਂ ਕਟੌਤੀਆਂ ਵੀ ਕੀਤੀਆਂ ਗਈਆਂ। ਜਿਵੇਂ ਲਾਇਸੈਂਸਾਂ ਦੇ ਉੱਪਰ ਲਿਖਿਆ ਹੋਇਆ ਸੀ ਜਿਨ੍ਹਾਂ ਦੇ ਟਰੈਕਟਰ ਹੈ
ਇਸ ਵਾਰ ਟਰੈਕਟਰ ਵੀ ਜਿਨ੍ਹਾਂ ਦੇ ਲਾਇਸੈਂਸ ਜਦੋਂ ਵੀ ਉਹ ਰੀਨਿਊ ਕਰਾਉਣਗੇ ਟਰੈਕਟਰ ਕੱਟਿਆ ਜਾਊਗਾ। ਚਲੋ ਇਹਦੇ ਬਾਰੇ ਆਪਾਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ। ਲਾਇਸੈਂਸ ਕੋਈ ਵੀ ਤੁਸੀਂ ਚਾਹੇ ਫਸਟ ਸਟੇਜ ਤੋਂ ਬਣਾਉਣਾ ਹੈ ਮੋਟਰਸਾਈਕਲ ਕਾਰ ਦਾ, ਸਭ ਤੋਂ ਪਹਿਲਾਂ ਉਹ ਲਰਨਿੰਗ ਲਾਇਸੈਂਸ ਬਣਦਾ ਹੈ। ਲਰਨਿੰਗ ਲਾਇਸੈਂਸ ਹੁੰਦਾ ਹੈ, ਉਹਦੀ ਮਿਆਦ ਹੁੰਦੀ ਹੈ 6 ਮਹੀਨੇ ਦੀ। ਚਾਹੇ ਮੋਟਰਸਾਈਕਲ ਕਾਰ ਦਾ ਬਣਾਉਣਾ ਚਾਹੇ ਹੈਵੀ ਦਾ ਬਣਾਉਣਾ, ਫਸਟ ਸਟੇਜ ਹੈਗੀ ਹੈ ਲਰਨਿੰਗ ਲਾਇਸੈਂਸ। ਇਹ ਸਾਨੂੰ ਜਦੋਂ ਵੀ ਇਹ ਲਰਨਰ ਲਾਇਸੈਂਸ ਮਿਲਦਾ ਹੈ, ਅਕਸਰ ਸਾਡੇ ਲੋਕ ਵਹੀਕਲ ਚਲਾਉਣਾ ਸ਼ੁਰੂ ਕਰ ਦਿੰਦੇ ਆ। ਮੰਨ ਲਓ ਅਸੀਂ ਮੋਟਰਸਾਈਕਲ ਕਾਰ ਦਾ ਲਰਨਰ ਲਾਇਸੈਂਸ ਬਣਾਇਆ ਤਾਂ ਸਾਨੂੰ ਲੱਗਦਾ ਕਿ ਇਹ ਸਾਡਾ ਹੁਣ ਲਾਇਸੈਂਸ ਬਣ ਗਿਆ, ਹੁਣ ਅਸੀਂ ਵਹੀਕਲ ਚਲਾਉਣੇ ਸ਼ੁਰੂ ਕਰ ਦਿੰਦੇ ਆ। ਤਾਂ ਸਾਡੇ ਭਰਾ ਬਹੁਤ ਦੂਰ ਦੂਰ ਤੱਕ ਇਸ ਲਾਇਸੈਂਸ ਦੇ ਸਿਰ ਤੇ ਡਰਾਈਵ ਕਰਦੇ ਆ, ਪਰ ਇਸ ਲਾਇਸੈਂਸ ਦੇ ਉੱਪਰ ਸਾਡੇ ਲਈ ਕੁਝ ਕੰਡੀਸ਼ਨਾਂ ਹੁੰਦੀਆਂ ਨੇ। ਇਹਦਾ ਮਤਲਬ ਇਹ ਨਹੀਂ ਸਾਡਾ ਲਰਨਰ ਲਾਇਸੈਂਸ ਬਣ ਗਿਆ ਤਾਂ ਅਸੀਂ ਵਹੀਕਲ ਇਕੱਲੇ ਚਲਾ ਸਕਦੇ ਆ। ਇਹਦੇ ਵਿੱਚ ਇਹ 6 ਮਹੀਨੇ ਦਾ ਹੁੰਦਾ ਹੈ। ਆਫਟਰ 45 ਡੇਜ਼ ਬਾਅਦ 45 ਦਿਨਾਂ ਬਾਅਦ ਇਸ ਨੂੰ ਅਸੀਂ ਪਰਮਾਨੈਂਟ ਕਰਾਉਂਦੇ ਆ। ਹੁਣ ਜਦੋਂ ਸਾਡਾ ਇਹ ਡਰਾਈਵਿੰਗ ਲਾਇਸੈਂਸ ਬਣ ਜਾਂਦਾ, ਅਕਸਰ ਇਹ ਅਸੀਂ ਵਹੀਕਲ ਚਲਾਉਣ ਦੀ ਗਲਤੀ ਕਰਦੇ ਆ ਇਕੱਲੇ। ਹੁਣ ਇਹਦੇ ਵਿੱਚ ਇਹਦੇ ਥੱਲੇ ਵਾਰਨਿੰਗ ਦੇ ਵਿੱਚ ਕੀ ਲਿਖਿਆ ਹੁੰਦਾ ਹੈ, ਦਾ ਅਟੈਂਸ਼ਨ ਆਫ ਦਾ ਹੋਲਡਰ ਆਫ ਦਿਸ ਲਾਇਸੈਂਸ ਇਜ਼ ਡਰਿਵਨ ਰੂਲ 3 of CMV rules, Center Motor Vehicle Rules 1989, which prohibits him from driving any motor vehicle unless he is beside him a person duly licensed to drive the vehicle. In every case, the vehicle carries L plate both in the front and the rear of the vehicle. ਪਹਿਲਾ ਤਾਂ ਰੂਲ ਇਹ ਹੈ ਕਿ ਜਦੋਂ ਮੇਰਾ ਲਰਨਿੰਗ ਲਾਇਸੈਂਸ ਬਣ ਗਿਆ, ਤੁਸੀਂ ਹੁਣ ਡਰਾਈਵਿੰਗ ਸਕੂਲ ਵਾਲੀਆਂ ਗੱਡੀਆਂ ਦੇਖੋ, ਉਹਨਾਂ ਦੇ ਰੈੱਡ ਕਲਰ ਦੇ ਵਿੱਚ L ਅੱਗੇ ਤੇ ਰੈੱਡ ਕਲਰ ਦੇ ਵਿੱਚ L ਜਿਹੜਾ ਹੈਗਾ ਅੱਗੇ ਪਿੱਛੇ ਲਿਖਿਆ ਹੁੰਦਾ। ਉਹ ਕਿਉਂ ਲਿਖਿਆ ਹੁੰਦਾ ਕਿ ਇਹਦੇ ਵਿੱਚ ਜਿਹੜੇ ਵੀ ਸਿਖਿਆਰਥੀ ਬੈਠੇ ਨੇ ਉਹ ਲਰਨਰਸ ਨੇ, ਸਿੱਖ ਰਹੇ ਨੇ। ਜਦੋਂ ਅਸੀਂ ਇਦਾਂ ਦੀ ਗੱਡੀ ਵੇਖਦੇ ਹਾਂ ਤਾਂ ਸਾਨੂੰ ਦੂਰ ਤੋਂ ਹੀ ਪਤਾ ਲੱਗ ਜਾਂਦਾ ਹੈ ਇਹਦੇ ਵਿੱਚ ਕੋਈ ਸਿਖਿਆਰਥੀ ਟ੍ਰੇਨਿੰਗ ਲੈ ਰਿਹਾ। ਉਸੇ ਤਰ੍ਹਾਂ ਜੇ ਮੈਂ ਵੀ ਜਿਹੜੀ ਗੱਡੀ ਚਲਾ ਰਿਹਾ, ਉਹਦੇ ਰੈੱਡ ਕਲਰ ਦੇ ਵਿੱਚ ਅੱਗੇ ਤੇ ਪਿੱਛੇ ਜਿਹੜਾ L ਸ਼ਬਦ ਲਿਖਿਆ ਹੋਣਾ ਜ਼ਰੂਰੀ ਆ। ਫਿਰ ਉਹਦੇ ਨਾਲ ਹੁੰਦਾ ਹੈ ਕਿ ਤੁਸੀਂ ਵਹੀਕਲ ਨੂੰ ਇਕੱਲਾ ਨਹੀਂ ਚਲਾ ਸਕਦੇ। ਵਿਚ ਪ੍ਰੋਹਿਬਿਟਸ ਹਿਮ ਡਰਾਈਵਿੰਗ ਹੀ ਹੈਜ਼ ਬਿਸਾਈਡ ਹਿਮ ਏ ਪਰਸਨ ਡਿਊਲੀ ਲਾਇਸੈਂਸ। ਤੁਹਾਡੀ ਨਾਲ ਵਾਲੀ ਸੀਟ, ਚਾਹੇ ਤੁਸੀਂ ਮੋਟਰਸਾਈਕਲ ਚਲਾ ਰਹੇ ਹੋ ਚਾਹੇ ਤੁਸੀਂ ਕਾਰ ਚਲਾ ਰਹੇ ਹੋ, ਨਾਲ ਵਾਲੀ ਸੀਟ ਦੇ ਵਿੱਚ ਉਹ ਬੰਦਾ ਤੁਹਾਡੇ ਨਾਲ ਬੈਠਾ ਹੋਣਾ ਚਾਹੀਦਾ ਹੈ ਜਿਹਦਾ ਕਾਰ ਦਾ, ਮੰਨ ਲਓ ਕਾਰ ਚਲਾ ਰਹੇ ਹਾਂ ਤੇ ਕਾਰ ਦਾ ਲਾਇਸੈਂਸ ਬਣਿਆ ਹੋਇਆ ਤਾਂ ਉਹ ਲਾਇਸੈਂਸ ਘੱਟੋ ਘੱਟ 5 ਸਾਲ ਪੁਰਾਣਾ ਹੋਣਾ ਚਾਹੀਦਾ। ਅਗਰ ਸਾਡੇ ਨਾਲ ਕੋਈ ਜਿਹੜਾ ਹੈਗਾ ਬੰਦਾ ਬੈਠਾ ਹੈ, ਉਹਦੇ ਕੋਲ 5 ਸਾਲ ਪੁਰਾਣਾ ਲਾਇਸੈਂਸ ਹੋਣਾ ਚਾਹੀਦਾ। ਅਸੀਂ ਇਕੱਲਿਆਂ ਗੱਡੀ ਨਹੀਂ ਚਲਾ, ਇਹ ਤਾਂ ਸਾਨੂੰ ਸਿੱਖਣ ਲਈ ਜਾਨੀ ਕਿ ਜਿਹੜਾ ਲਾਇਸੈਂਸ ਮਿਲਦਾ ਕਿ ਤੁਸੀਂ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ ਆਪਣੇ ਜਿਹੜੀ ਹੈਗੀ ਹੈ ਡਰਾਈਵਿੰਗ ਸਿੱਖੋ। ਕਿਰਪਾ ਕਰਕੇ ਇਸ ਡਰਾਈਵਿੰਗ ਲਾਇਸੈਂਸ ਦੇ ਉੱਪਰ ਆਪਦਾ ਵਹੀਕਲ ਇਕੱਲੇ ਨਾ ਚਲਾਓ, ਕਿਉਂਕਿ ਕਈ ਵਾਰ ਰੋਡ ਤੇ ਚੱਲਦੇ ਸਾਡੇ ਤੋਂ ਹਾਦਸਾ ਹੋ ਜਾਂਦਾ, ਜੇ ਕੁਝ ਹੋ ਜਾਂਦਾ ਇਹਦੇ ਵਿੱਚ ਜਿਹੜਾ ਹੈਗਾ ਕਲੇਮ ਲੈਣ ਦੇ ਵਿੱਚ ਜਿਹੜੀ ਹੈਗੀ ਹੈ ਸਾਨੂੰ ਬਹੁਤ ਵੱਡੀ ਦਿੱਕਤ ਆ ਸਕਦੀ ਹੈ। ਫਿਰ ਅਸੀਂ ਜਿਹੜਾ ਲਾਇਸੈਂਸ ਬਣਦਾ ਹੈ, ਇੱਕ ਲਾਇਸੈਂਸ ਬਣਦਾ 16 ਸਾਲ ਦੀ ਏਜ ਦੇ ਵਿੱਚ। ਉਸ ਲਾਇਸੈਂਸ ਦਾ ਨਾਮ ਹੈ MCWOG, ਮੋਟਰਸਾਈਕਲ ਵਿਦਆਊਟ ਗੇਅਰ। ਉਹਦੇ ਵਿੱਚ ਕਿਹੜੇ ਟਾਈਪ ਦੇ ਵਹੀਕਲ ਆਉਂਦੇ ਆ ਕਿ ਜਿਨ੍ਹਾਂ ਦੀ ਇੰਜਨ ਦੀ ਕੰਪੈਸਿਟੀ 50 cc ਜਾਂ ਇਸ ਤੋਂ ਥੱਲੇ ਹੁੰਦੀ ਆ, ਉਹੀ ਸਿਰਫ ਵਹੀਕਲ ਆਉਂਦੇ ਆ। 16 ਸਾਲ ਦੀ ਏਜ ਦੇ ਵਿੱਚ ਉਹ ਲਾਇਸੈਂਸ ਬਣਦਾ ਹੈ ਤਾਂ ਇੱਕ ਐਫੀਡੇਵਿਟ ਮਾਤਾ ਪਿਤਾ ਨੂੰ ਦੇਣਾ ਪੈਂਦਾ ਹੈ। ਹੁਣ ਉਹਦੇ ਵਿੱਚ ਇਹ ਹੈਗਾ ਕਿ 50 cc ਤੱਕ ਜਾਂ ਇਸ ਤੋਂ ਥੱਲੇ, ਜਿਹਦੇ ਵਿੱਚ ਉਹਦੇ ਵਿੱਚ ਜਿਵੇਂ ਮੋਪੜ ਆ ਗਈ, ਲੂਣਾ ਆ ਗਈ, ਇੱਦਾਂ ਦੇ ਵਹੀਕਲ ਜਿਹੜੇ ਹੈਗੇ 50 cc ਤੱਕ ਇਹਨਾਂ ਦੀ ਇੰਜਨ ਦੀ ਕੰਪੈਸਿਟੀ ਹੁੰਦੀ ਹੈ। ਅਗਰ ਕੋਈ ਵਹੀਕਲ 50 cc ਤੋਂ ਉੱਪਰ ਹੈ ਫਿਰ ਉਹ ਜਿਹੜਾ ਹੈਗਾ ਉਹ ਇਸ ਲਾਇਸੈਂਸ ਦੇ ਵਿੱਚ ਨਹੀਂ, ਤੁਸੀਂ ਨਹੀਂ ਚਲਾ ਸਕਦੇ। ਉਹਦੇ ਲਈ 50 cc ਤੋਂ ਉੱਪਰ ਉਹ ਫਿਰ ਜਿਹੜੀ ਹੈਗੀ 18 ਸਾਲ ਏਜ ਹੋਣੀ ਚਾਹੀਦੀ ਹੈ। ਉਸ ਲਾਇਸੈਂਸ ਦਾ ਨਾਮ ਹੈ LMV, ਲਾਈਟ ਮੋਟਰ ਵਹੀਕਲ। ਹੁਣ LMV ਦੇ ਵਿੱਚ ਕਿਹੜੀਆਂ ਕੈਟਾਗਰੀਆਂ ਆ ਗਈਆਂ? 16 ਸਾਲ ਦੀ ਉਮਰ ਤੋਂ ਬਾਅਦ ਬਣਦਾ ਹੈ। ਹਾਂ, ਇਹ 16 ਤੋਂ ਇਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ LMV ਲਾਇਸੈਂਸ, ਇਹ ਸਾਡਾ 18 ਸਾਲ ਦੀ ਜਿਹੜਾ ਹੈਗਾ ਉਹ ਏਜ ਦੇ ਵਿੱਚ ਬਣਦਾ ਹੈ। ਹੁਣ ਇਹਦੇ ਵਿੱਚ ਵੀ ਉਹਨਾਂ ਦੇ ਲਈ ਤੁਸੀਂ ਦੱਸਿਆ ਸੀ ਉਹ 16 ਸਾਲ ਦੀ ਉਮਰ ਦੇ ਵਿੱਚ 16 ਸਾਲ ਦੀ ਜਿਵੇਂ ਮੋਪੜ ਆ ਗਈ, ਘੱਟੋ ਘੱਟ ਏਜ 16 ਸਾਲ ਹੋਣੀ ਚਾਹੀਦੀ ਆ। 16 ਸਾਲ ਏਜ ਹੋਣੀ ਚਾਹੀਦੀ ਹੈ ਤੇ ਜਿਹੜੀ ਵਹੀਕਲ ਹੈਗਾ ਉਹ 50 cc ਜਾਂ ਇਸ ਤੋਂ ਥੱਲੇ ਹੋਣੇ ਚਾਹੀਦੇ ਨੇ, 50 cc ਤੋਂ ਉੱਪਰ ਨਹੀਂ ਹੋਣੇ ਚਾਹੀਦੇ। ਹੁਣ ਜਿਹੜਾ 18 ਸਾਲ ਦੀ ਉਮਰ ਦੇ ਵਿੱਚ ਜਿਹੜਾ ਲਾਇਸੈਂਸ ਬਣਦਾ ਹੈ ਉਸ ਲਾਇਸੈਂਸ ਦਾ ਨਾਮ ਹੈ LMV। ਹੁਣ ਇਹ ਦੇਖੋ, ਸਮਝਣ ਦੀ ਗੱਲ ਇੱਥੇ ਆ,
LTV ਲਾਇਸੈਂਸ ਖਤਮ ਕਰਤਾ ਸਰਕਾਰ ਨੇ। ਹੁਣ LTV ਦੇ ਵਿੱਚ ਤਾਂ ਵਹੀਕਲ ਵੀ ਬਹੁਤ ਆਉਂਦੇ ਸੀ, ਜਿਵੇਂ LMV ਕੈਬ, ਜਿਹੜੀਆਂ ਇੱਕ ਚੀਜ਼ ਬਹੁਤ ਵਧੀਆ ਵੀ ਕਰਤੀ, ਜਿਹੜਾ LTV ਲਾਇਸੈਂਸ ਖਤਮ ਕਰਤਾ। ਇੱਕ ਕਹਿ ਦੋ ਨਾ ਗੁੰਝਲਾਂ ਖਤਮ ਕਰਤੀਆਂ। ਹੁਣ ਅੱਗੇ ਇੱਕ 5 ਸੀਟਡ ਕਾਰ ਹੈ, ਮੰਨ ਲਓ ਅਗਰ ਸਾਡੀ ਉਹ ਘਰ ਦੀ ਪਰਸਨਲ ਹੈ ਤਾਂ ਉਹਦੇ ਲਈ ਤਾਂ ਲਾਇਸੈਂਸ ਚਾਹੀਦਾ ਸੀ LMV, ਪਰ ਉਹੀ ਅਗਰ ਉਹ ਵਹੀਕਲ ਦੀ ਨੰਬਰ ਪਲੇਟ ਯੈਲੋ ਹੈ, ਪਰਮਿਟ ਵਾਲੀ ਗੱਡੀ ਹੈ, ਉਹੀ 5 ਸੀਟਡ ਹੈ, ਤਾਂ ਉਹਦੇ ਲਈ ਲਾਇਸੈਂਸ ਚਾਹੀਦਾ ਸੀ LMV ਕੈਬ, ਕਿਉਂਕਿ ਉਹ ਕੈਬ ਲਈ ਸਵਾਰੀਆਂ ਲਈ ਵਰਤੀ ਜਾਂਦੀ ਹੈ, ਉਹਦੇ ਲਈ ਚਾਹੀਦਾ ਸੀ LMV ਕੈਬ। ਹੁਣ ਸਰਕਾਰ ਨੇ ਇਹੀ ਚੀਜ਼ ਬੜੀ ਵਧੀਆ ਕੀਤੀ ਕਿ ਵਹੀਕਲ ਇੱਕ ਹੈਗਾ 5 ਸੀਟਡ ਹੀ ਹੈ, ਅਲੱਗ-ਅਲੱਗ ਲਾਇਸੈਂਸ ਕਿਉਂ, ਇੱਕ ਹੀ ਲਾਇਸੈਂਸ। ਇਸ ਕਰਕੇ ਇਹ LTV ਲਾਇਸੈਂਸ ਖਤਮ ਕਰਤਾ। ਜਿਵੇਂ ਸਾਡੇ ਜਿਨ੍ਹਾਂ ਦਾ ਵੀ LTV ਲਾਇਸੈਂਸ ਬਣਿਆ LMV PVT ਲਿਖਿਆ ਹੁੰਦਾ ਸੀ, ਜਿਵੇਂ ਸਾਡੇ ਪ੍ਰਾਈਵੇਟ ਵਹੀਕਲ ਆ ਗਏ ਨੋਵਾ, ਸਕਾਰਪੀਓ, ਐਂਡੇਵਰ, LMV GV, LMV TR, ਉਹਦੇ ਵਿੱਚ ਆ ਜਾਂਦਾ ਸੀਗਾ ਜਿਵੇਂ 207, 407 ਮਹਿੰਦਰਾ ਪਿਕਅਪ ਟਰੈਕਸ ਗੱਡੀਆਂ ਇਹ ਆ ਜਾਂਦੀਆਂ ਸੀਗੀਆਂ। ਇਹ ਹੁਣ ਸਾਰੇ ਜਿਹੜੇ ਲਾਇਸੈਂਸ ਨੇ LMV GV, LMV TR, LMV PVT, LMV GV, ਇਹ ਜਿੰਨੇ ਵੀ ਲਾਇਸੈਂਸ ਕੈਟਾਗਰੀਜ਼ ਅਗਰ ਤੁਹਾਡੇ ਲਾਇਸੈਂਸ ਦੇ ਉੱਪਰ ਲਿਖੀਆਂ ਹੋਈਆਂ ਨੇ, ਜਦੋਂ ਵੀ ਤੁਹਾਡਾ ਲਾਇਸੈਂਸ ਰੀਨਿਊ ਹੋਊਗਾ ਤਾਂ ਇਹ ਸਾਰੀਆਂ ਕੈਟਾਗਰੀਆਂ ਤੁਹਾਡੇ ਲਾਇਸੈਂਸ ਦੇ ਵਿੱਚੋਂ ਖਤਮ ਕਰ ਦਿੱਤੀਆਂ ਗਈਆਂ। ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਸਾਰੇ ਕਹਿਣਗੇ ਫਿਰ 7 ਸੀਟਡ ਵਹੀਕਲ ਅਸੀਂ ਕਿਹੜੇ ਲਾਇਸੈਂਸ ਦੇ ਵਿੱਚ ਚਲਾਵਾਂਗੇ, ਜਾਂ ਜਿਹੜੇ ਆ ਟਾਟਾ 207 ਹੋ ਗਈ, ਮਹਿੰਦਰਾ ਪਿਕਅਪ ਹੋ ਗਈ, 407 ਹੋ ਗਈ, ਟਰੈਕਸ ਗੱਡੀ ਹੋ ਗਈ, ਛੋਟਾ ਹਾਥੀ ਹੋ ਗਿਆ, ਇਹ ਫਿਰ ਗਏ ਕਿਹੜੇ? ਅੱਗੇ LTV ਦੇ ਵਿੱਚ ਸੀ, LTV ਸਰਕਾਰ ਨੇ ਖਤਮ ਕਰਤਾ। ਤਾਂ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਅਸੀਂ ਕਿਹੜੇ ਲਾਇਸੈਂਸ ਦੇ ਵਿੱਚ ਚਲਾਵਾਂਗੇ। ਹੁਣ ਸਿੱਧੇ ਰੂਪ ਦੇ ਵਿੱਚ ਇੱਕ ਤੁਹਾਨੂੰ ਮੈਂ ਸਾਫ਼ ਚੀਜ਼ ਦੱਸ ਦੇਣਾ ਚਾਹੁੰਦਾ, ਸਾਡੇ RC ਦੇ ਉੱਪਰ ਸਾਡੇ ਵਹੀਕਲ ਦਾ ਲੋਡ ਲਿਖਿਆ ਹੁੰਦਾ ਹੈ। ਜਿਹੜੇ ਵੀ ਵਹੀਕਲ 7500 ਕਿਲੋਗ੍ਰਾਮ ਤੱਕ ਹੈਗੇ ਨੇ, ਉਹ ਸਾਰੇ ਵਹੀਕਲ LMV ਲਾਇਸੈਂਸ ਦੇ ਵਿੱਚ ਚੱਲਣਗੇ, ਚਾਹੇ ਉਹ ਪੈਸੰਜਰ ਵਹੀਕਲ ਹੈ, ਚਾਹੇ ਉਹ ਸਾਡੇ ਘਰ ਦੇ ਵਿੱਚ ਚੱਲਣ ਵਾਲੀ ਨੋਵਾ, ਸਕਾਰਪੀਓ, ਐਂਡੇਵਰ ਹੈ, ਚਾਹੇ ਉਹ 5 ਸੀਟਡ ਕਾਰ ਹੈ, ਉਹ ਸਾਰੇ LMV ਵਹੀਕਲ ਦੇ ਵਿੱਚ ਚੱਲਣਗੇ। LMV 7500 ਕਿਲੋਗ੍ਰਾਮ ਤੱਕ, ਜਿਵੇਂ ਸਾਡੀ 5 ਸੀਟਡ ਕਾਰ ਉਹ ਤਾਂ LMV ਦੇ ਵਿੱਚ ਸੀਗੀ 7 ਸੀਟਡ ਵੀ ਜਿਹੜੀਆਂ ਹੈਗੀਆਂ 7500 ਕਿਲੋਗ੍ਰਾਮ ਤੱਕ ਅੰਡਰ ਨੇ। ਹੁਣ ਜਿਹੜੀ 207 ਹੋ ਗਈ, ਮਹਿੰਦਰਾ ਪਿਕਅਪ ਹੋ ਗਈ, 407 ਹੋ ਗਈ, ਇਹ ਟਾਈਪ ਜਿਹੜੀ ਢੋਆ ਢਵਾਈ ਵਾਲੇ ਵਹੀਕਲ ਨੇ, ਇਹ ਵੀ ਜਿਹੜੇ ਹੈਗੇ ਨੇ ਅਗਰ 7500 kg ਤੱਕ ਹੈਗੇ ਨੇ, ਯਾਨੀ ਕਿ 7.5 ਟਨ ਤੱਕ, ਇਹ ਵੀ ਸਾਰੇ ਵਹੀਕਲ LMV ਲਾਇਸੈਂਸ ਦੇ ਵਿੱਚ ਆ ਗਏ। ਹੁਣ ਇਹ ਵੀ ਸਾਰੇ ਟਾਈਪ ਦੇ ਵਹੀਕਲ LMV ਲਾਇਸੈਂਸ ਦੇ ਵਿੱਚ ਆ ਗਏ। ਸਭ ਤੋਂ ਜ਼ਿਆਦਾ ਜਸਵੀਰ ਇਸ ਸਮੇਂ ਸਾਨੂੰ ਦਿੱਕਤ ਆ ਰਹੀ ਹੈ, ਮੈਂ ਲਾਇਸੈਂਸ ਚੈੱਕ ਕਰਦਾ, ਸਾਡੇ ਨਾ ਬਹੁਤ ਗਲਤ ਧਾਰਨਾਵਾਂ ਦਿੱਤੀਆਂ ਜਾਂਦੀਆਂ ਨੇ ਕਈ। ਚਲੋ ਹੁਣ ਮੈਂ ਦੱਸਦਾ ਨਹੀਂ ਮੈਂ ਜੋਬ ਕਿੱਥੇ ਕਰਦਾ, ਪਰ ਮੈਂ ਜਿੱਥੇ ਵੀ ਜੋਬ ਕਰਦਾ ਉੱਥੇ ਸਾਡਾ ਡਰਾਈਵਿੰਗ ਲਾਇਸੈਂਸਾਂ ਨਾਲ ਹੀ ਸਾਡਾ ਜਿਹੜਾ ਹੈਗਾ ਉਹ ਵਾਹ ਵਾਸਤਾ ਪੈਂਦਾ ਹੈ। ਹਰ ਰੋਜ਼ ਸੈਂਕੜੇ ਲੋਕਾਂ ਨੂੰ ਅਸੀਂ ਮਿਲਦੇ ਹਾਂ ਤੇ ਸੈਂਕੜੇ ਲੋਕਾਂ ਦੇ ਅਸੀਂ ਲਾਇਸੈਂਸ ਚੈੱਕ ਕਰਦੇ ਹਾਂ। ਹੁਣ ਲਾਇਸੈਂਸ ਦੇ ਉੱਪਰ ਲਿਖਿਆ ਹੋਇਆ ਇੱਕ ਬੰਦੇ ਦੇ LMV ਤੇ ਟਰਾਂਸ ਹੈਗਾ ਸਾਡੇ ਹੈਵੀ ਲਾਇਸੈਂਸ, ਜਿਹਨੂੰ ਅਸੀਂ HTV ਲਾਇਸੈਂਸ ਕਹਿ ਦਿੰਦੇ ਹਾਂ। ਉਹ ਇੱਕ ਮੁੰਡੇ ਦਾ ਨਵਾਂ ਮੋਟਰਸਾਈਕਲ ਕਢਾਇਆ ਉਹਨੇ, ਉਹ ਮੋਟਰਸਾਈਕਲ ਫੁੱਲ ਬੀਮੇ ਦੇ ਵਿੱਚ ਹੈ। ਉਹ ਮੋਟਰਸਾਈਕਲ ਤੇ ਜਾਈ ਜਾਂਦਾ ਤੇ ਮੋਟਰਸਾਈਕਲ ਅੱਗੇ ਕੁੱਤਾ ਆ ਗਿਆ ਜਾਂ ਕੋਈ ਸਵਾਰਾ ਸਾਨ ਆਇਆ ਤੇ 10-12 ਹਜ਼ਾਰ ਦਾ ਮੋਟਰਸਾਈਕਲ ਦਾ ਨੁਕਸਾਨ ਹੋਇਆ। ਪਰ ਉਹਨੇ ਫਾਈਲ ਲਾਈ ਬੀਮਾ ਕੰਪਨੀ ਲਈ ਕਲੇਮ ਲੈਣ ਲਈ ਕਿ ਜੋ ਹੈਗੀ ਹੈ ਬੀਮੇ ਦੇ ਵਿੱਚ ਹੈ ਮੋਟਰਸਾਈਕਲ, ਪਰ ਉਹਦੀ ਫਾਈਲ ਰਿਜੈਕਟ ਹੋ ਗਈ ਕਿ ਤੇਰਾ ਲਾਇਸੈਂਸ, ਬੀਮਾ ਕੰਪਨੀ ਨੇ ਕਿਹਾ ਕਿ ਤੇਰਾ ਲਾਇਸੈਂਸ ਦੇ ਵਿੱਚ ਦਿੱਕਤ ਹੈ, ਲਾਇਸੈਂਸ ਸਹੀ ਨਹੀਂ ਬਣਿਆ ਹੋਇਆ। ਉਹ ਹੁਣ ਮੇਰੇ ਤੋਂ ਪੁੱਛ ਰਿਹਾ ਕਿ ਮੇਰੇ ਲਾਇਸੈਂਸ ਦੇ ਵਿੱਚ ਕਮੀ ਕੀ ਆ। ਉਹਦੇ ਲਾਇਸੈਂਸ ਦੇ ਉੱਪਰ 2 ਕੈਟਾਗਰੀਆਂ ਲਿਖੀਆਂ ਹੋਈਆਂ ਸੀ, LMV ਤੇ ਟਰਾਂਸ, ਜਿਹਨੂੰ ਅਸੀਂ ਹੈਵੀ ਕਹਿ ਦਿੰਦੇ ਹਾਂ। ਹੁਣ ਮੈਂ ਉਹਨੂੰ ਪੁੱਛਿਆ ਤੂੰ ਮੋਟਰਸਾਈਕਲ ਕਿਹੜੇ ਲਾਇਸੈਂਸ ਦੇ ਵਿੱਚ ਚਲਾਉਣਾ ਹੈ? ਉਹ ਕਹਿੰਦੇ ਜੀ ਮੋਟਰਸਾਈਕਲ LMV ਲਾਇਸੈਂਸ ਦੇ ਵਿੱਚ ਚੱਲਦਾ ਹੈ। ਹੁਣ ਜਿੰਨੇ ਵੀ ਲੋਕਾਂ ਨਾਲ ਸਾਡਾ ਵਾਹ ਵਾਸਤਾ ਪੈਂਦਾ ਹੈ, 50% ਲੋਕ ਇਹ ਕਿ ਮੈਂ ਜਦੋਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਮੋਟਰਸਾਈਕਲ ਕਿਹੜੀ ਕੈਟਾਗਰੀ ਦੇ ਵਿੱਚ ਚਲਾਉਂਦੇ ਹੋ, LMV ਦੇ ਵਿੱਚ ਚਲਾਉਂਦੇ ਹੋ ਜਾਂ ਟਰਾਂਸ ਦੇ ਵਿੱਚ ਚਲਾਉਂਦੇ ਹੋ, ਤਾਂ ਉਹ ਕਹਿੰਦੇ ਨੇ ਜੀ ਅਸੀਂ LMV ਦੇ ਵਿੱਚ ਚਲਾਉਂਦੇ ਹਾਂ। LMV ਜਨਾਬ ਜੀ ਲਾਈਟ ਮੋਟਰ ਵਹੀਕਲ ਹੈ, ਲਾਇਸੈਂਸ ਦਾ ਨਾਮ ਹੈ, ਪਰ ਜਿਹੜੀ ਮੋਟਰਸਾਈਕਲ ਦੀ ਕੈਟਾਗਰੀ ਹੈ ਉਹ MCWG ਹੈ,
ਇਹ ਮੋਟਰਸਾਈਕਲ ਦਾ ਲਾਇਸੈਂਸ ਹੈ MCWG, ਮਤਲਬ ਮੋਟਰਸਾਈਕਲ ਵਿਦ ਗੇਅਰ। MCWG ਮੋਟਰਸਾਈਕਲ ਵਿਦ ਗੇਅਰ, ਇਹ ਮੋਟਰਸਾਈਕਲ ਦਾ ਲਾਇਸੈਂਸ ਹੈ। ਇਹ ਜਦੋਂ ਅਸੀਂ ਬਣਾਉਨੇ ਆ ਲਾਇਸੈਂਸ LMV ਦੇ ਨਾਲ, ਅਗਰ ਅਸੀਂ ਮੋਟਰਸਾਈਕਲ ਦੀ ਫੀਸ ਭਰਦੇ ਆ ਤਾਂ ਦੋ ਆਪਸ਼ਨਾਂ ਆ ਜਾਂਦੀਆਂ। ਅਗਰ ਸਾਡਾ ਮੋਟਰਸਾਈਕਲ ਦਾ ਲਾਇਸੈਂਸ ਬਣਿਆ ਹੈ, MCWG ਲਿਖਿਆ ਹੈ, ਤਾਂ ਅਸੀਂ ਮੋਟਰਸਾਈਕਲ ਚਲਾ ਸਕਦੇ ਆ। ਅਗਰ ਨਹੀਂ ਚਲਾ ਸਕਦੇ, ਨਹੀਂ ਤਾਂ ਨਹੀਂ ਚਲਾ ਸਕਦੇ। ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ, ਅੱਜ ਤੋਂ ਉਹਦੀ ਮੋਟਰਸਾਈਕਲ ਲੱਗੇ ਆਇਆ ਕੁੱਤਾ, ਅਗਰ ਕੱਲ ਨੂੰ ਉਹਦੀ ਮੋਟਰਸਾਈਕਲ ਲੱਗੇ ਆ ਜਾਂਦਾ ਕੋਈ ਬੰਦਾ, ਜਾਂ ਉਹਦੀ ਡੈਥ ਹੋ ਜਾਂਦੀ, ਜੋ ਸੀਰੀਅਸ ਰੂਪ ਦੇ ਵਿੱਚ ਇੰਜਰਡ ਹੋ ਜਾਂਦਾ, ਤਾਂ ਉਹਨੇ, ਉਸ ਬੰਦੇ ਨੇ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸ ਜਾਣਾ ਸੀਗਾ। ਹੋ ਸਕਦਾ ਸੀ ਅਕੋਰਡਿੰਗ ਟੂ ਲੋ ਜਿਹੜਾ ਉਹ ਵਹੀਕਲ ਚਲਾ ਰਿਹਾ ਉਹ, ਕਿਉਂਕਿ ਮੋਟਰਸਾਈਕਲ ਹੈਗਾ 2 ਵੀਲਰ ਇਨ ਦਾ ਹੋਲ ਵਰਲਡ, ਪੂਰੇ ਵਿਸ਼ਵ ਦੇ ਵਿੱਚ ਮੋਟਰਸਾਈਕਲ ਦਾ ਲਾਇਸੈਂਸ ਅਲੱਗ ਬੰਦਾ। ਹੁਣ ਮੈਂ ਤੁਹਾਨੂੰ ਰੋਚਕ ਗੱਲ ਦੱਸਦਾ, ਯੂਰਪੀਅਨ ਕੰਟਰੀਜ਼ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ ਟਰੱਕ ਦਾ ਲਾਇਸੈਂਸ ਬਣਾਉਣਾ ਸੌਖਾ ਹੈ ਤੇ ਮੋਟਰਸਾਈਕਲ ਦਾ ਲਾਇਸੈਂਸ ਬਣਾਉਣਾ ਔਖਾ ਹੈ। ਕਿਉਂਕਿ ਉੱਥੋਂ ਦੀ ਸਰਕਾਰ ਮੰਨਦੀ ਹੈ ਕਿ ਮੋਟਰਸਾਈਕਲ ਦਾ ਜਿਹੜਾ ਲਾਇਸੈਂਸ ਹੈ, ਇਹਦੇ ਵਿੱਚ ਦੂਸਰੇ ਵਹੀਕਲਾਂ ਦੇ ਮੁਕਾਬਲੇ ਜਾਨ ਦਾ ਵੀ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇਹਦੇ ਵਿੱਚ ਸਕਿਡਿੰਗ ਦਾ ਜਾਂ ਹੋਰ ਵੀ ਬਾਕੀ ਵਹੀਕਲਾਂ ਦੇ ਮੁਕਾਬਲੇ ਰਿਸਕ ਜ਼ਿਆਦਾ ਹੈ, ਸਲੀਪਿੰਗ ਵਗੈਰਾ ਦਾ। ਇਸ ਕਰਕੇ ਉਹਦਾ ਥੋੜਾ ਜਿਹਾ ਹਾਰਡ ਟੈਸਟ ਹੁੰਦਾ ਹੈ। ਲੋਕ ਬਹੁਤ ਘੱਟ ਉੱਥੇ ਮੋਟਰਸਾਈਕਲ ਦਾ ਲਾਇਸੈਂਸ ਬਣਵਾਉਂਦੇ ਆ। ਹੁਣ ਇਸ ਮੋਟਰਸਾਈਕਲ ਦਾ ਲਾਇਸੈਂਸ ਸਾਡਾ ਸਭ ਤੋਂ ਸੌਖਾ ਬੰਦਾ ਹੈ, ਪਰ ਜਾਗਰੂਕਤਾ ਦੀ ਕਮੀ ਹੋਣ ਕਰਕੇ ਸਾਡਾ ਤਾਂ, ਮੈਂ ਜਿਨ੍ਹਾਂ ਨੂੰ ਪੁੱਛਦਾ ਕਿ ਸਾਡੇ ਤਾਂ ਏਜੰਟ ਨੇ ਕਹਿਤਾ ਸੀ ਜੀ ਹੈਵੀ ਬਣ ਗਿਆ, ਹੈਵੀ ਤੇ ਭਾਵੇਂ ਹਵਾਈ ਜਹਾਜ਼ ਉਡਾ ਲੈ। ਸਾਡੇ ਹੈਵੀ ਲਾਇਸੈਂਸ ਨੂੰ ਸਾਰਾ ਕੁਝ ਹੀ ਮੰਨ ਲਿਆ ਸਾਡੇ ਲੋਕਾਂ ਨੇ ਕਿ ਸਾਡਾ ਹੈਵੀ ਬਣ ਗਿਆ, ਹੈਵੀ ਤੇ ਅਸੀਂ ਸਾਰੇ ਹੀ ਵਹੀਕਲ ਚਲਾ ਸਕਦੇ ਹਾਂ। ਨਹੀਂ ਜੀ, ਬਿਲਕੁਲ ਗਲਤ ਹੈ। ਹੈਵੀ ਦੇ ਉੱਪਰ ਜਦੋਂ ਸਾਡਾ ਹੈਵੀ ਲਾਇਸੈਂਸ ਬਣਦਾ ਹੈ, ਉਦੋਂ ਲਿਖਿਆ ਜਾਂਦਾ ਟਰਾਂਸਪੋਰਟ ਦੇ ਵਿੱਚ ਕਿਹੜੇ ਵਹੀਕਲ ਆ ਗਏ। ਹੁਣ ਜਿਹੜੇ ਵਹੀਕਲ 7.5 ਟਨ ਤੋਂ ਉੱਪਰ ਨੇ ਉਹ ਆ ਗਏ ਟਰਾਂਸਪੋਰਟ ਦੇ ਅੰਡਰ। ਜਿਹੜੇ 7500 kg ਤੱਕ ਸੀਗੇ ਵਹੀਕਲ, ਉਹ ਤਾਂ ਆ ਗਏ LMV ਦੇ ਵਿੱਚ, ਚਾਹੇ ਉਹ ਕਮਰਸ਼ੀਅਲ ਹੈ ਚਾਹੇ ਉਹ ਨੋਨ ਕਮਰਸ਼ੀਅਲ ਵਹੀਕਲ ਹੈ, ਢੋਆ ਢੋਆਈ ਵਾਲੇ ਨੇ, ਸਵਾਰੀਆਂ ਵਾਲੇ ਨੇ, ਕੋਈ ਮਿੰਨੀ ਬੱਸ ਹੈ। ਅਗਰ ਉਹ 7500 kg ਤੱਕ ਹੈ ਤਾਂ ਉਹ LMV ਕੈਟਾਗਰੀ ਦੇ ਵਿੱਚ ਚੱਲੇਗੀ। ਅਗਰ ਤੁਸੀਂ ਮੋਟਰਸਾਈਕਲ ਚਲਾਉਣਾ ਹੈ ਤਾਂ MCWG ਤੁਹਾਡੇ ਲਾਇਸੈਂਸ ਦੇ ਉੱਪਰ ਲਿਖਿਆ ਹੋਣਾ ਚਾਹੀਦਾ ਹੈ। ਅਗਰ ਤੁਸੀਂ ਜਿਹੜਾ ਵਹੀਕਲ 7.5 ਟਨ ਤੋਂ ਉੱਪਰ ਵਾਲਾ ਚਲਾਉਂਦੇ ਹੋ, ਉਹਦੇ ਲਈ ਤੁਹਾਡੇ ਲਾਇਸੈਂਸ ਦੇ ਉੱਪਰ ਲਿਖਿਆ ਜਾਊਗਾ ਟਰਾਂਸ। ਉਹ ਬਣਦਾ ਹੈ, ਜਾਂ ਤਾਂ 20 ਸਾਲ ਉਮਰ ਹੋਣੀ ਚਾਹੀਦੀ ਹੈ, ਜਾਂ LMV ਜਦੋਂ 1 ਸਾਲ ਦਾ ਗੈਪ ਹੋਣਾ ਚਾਹੀਦਾ ਹੈ, ਜਾਂ 1 ਸਾਲ ਦਾ ਗੈਪ ਹੋਣਾ ਚਾਹੀਦਾ ਹੈ LMV ਲਾਇਸੈਂਸ ਨਾਲੋਂ, ਜਾਂ 20 ਸਾਲ ਦੀ ਏਜ ਤੋਂ ਉੱਪਰ ਬਣਦਾ। 20 ਸਾਲ ਦੀ ਏਜ ਦੇ ਵਿੱਚ ਇਹ ਜਿਹੜਾ ਟਰਾਂਸਪੋਰਟ ਦਾ ਜਿਹੜਾ ਸਾਡਾ ਲਾਇਸੈਂਸ ਬਣਦਾ ਹੈ, ਘੱਟੋ ਘੱਟ ਉਮਰ 20 ਸਾਲ ਚਾਹੀਦੀ। ਹਾਂ, ਘੱਟੋ ਘੱਟ ਉਮਰ 20 ਸਾਲ ਚਾਹੀਦੀ ਆ। ਹੁਣ ਟਰਾਂਸਪੋਰਟ ਦੇ ਲਾਇਸੈਂਸ, ਟਰਾਂਸਪੋਰਟ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਕਿਹਾ ਤਾਂ, ਚਾਹੇ ਉਹ ਸਵਾਰੀਆਂ ਵਾਲੀਆਂ ਵਹੀਕਲ ਨੇ, ਚਾਹੇ ਉਹ ਕਮਰਸ਼ੀਅਲ ਵਹੀਕਲ ਨੇ ਜਿਵੇਂ ਟਰੱਕ ਵਗੈਰਾ, ਉਹ ਸਾਰੇ ਵਹੀਕਲ 7500 kg ਤੋਂ ਉੱਪਰ ਵਾਲੇ ਉਹ ਟਰਾਂਸਪੋਰਟ ਦੇ ਵਿੱਚ ਆ ਗਏ। ਟਰਾਂਸ ਲਾਇਸੈਂਸ ਦੇ ਵਿੱਚ, ਲਾਇਸੈਂਸ ਦਾ ਨਾਮ ਹੈ ਟਰਾਂਸ, TRANS। ਇਹ ਸਾਡੇ ਲਾਇਸੈਂਸ ਦੇ ਉੱਪਰ ਜਿਹੜਾ ਲਿਖਿਆ ਹੋਇਆ। ਤਾਂ ਇਹ ਮੈਂ ਪਹਿਲੇ ਕਿਹਾ ਤਾਂ ਕੋਈ ਬੱਸ ਹੈ, ਕੋਈ। ਹੁਣ ਸਾਡੇ ਲਾਇਸੈਂਸਾਂ ਦੇ ਵਿੱਚ ਇੱਕ ਚੀਜ਼ ਹੋਰ, ਜਿਨ੍ਹਾਂ ਦੇ ਲਾਇਸੈਂਸ ਦੇ ਉੱਪਰ PSV ਬੱਸ ਲਿਖਿਆ ਹੋਇਆ ਸੀਗਾ, ਹੁਣ ਜਦੋਂ ਉਹ ਰੀਨਿਊ ਕਰਾਉਣਗੇ ਉਹ ਵੀ ਕੈਟਾਗਰੀ ਕੱਟੀ ਜੂਗੀ। PSV ਦਾ ਮਤਲਬ ਕੀ ਹੁੰਦਾ ਹੈ? ਪੈਸੰਜਰ ਸਰਵਿਸ ਵਹੀਕਲ ਬੱਸ। ਹੁਣ ਬਹੁਤ ਜਦੋਂ ਲੋਕਾਂ ਦੇ ਉਹ ਰੀਨਿਊ ਕਰਾਉਂਦੇ ਨੇ, ਬਹੁਤ ਮੈਨੂੰ ਫੋਨ ਆਉਂਦੇ ਨੇ ਕਿ ਜੀ ਸਾਡੇ ਤਾਂ ਬੱਸ ਦਾ ਲਾਇਸੈਂਸ ਲਿਖਿਆ ਹੋਇਆ ਸੀਗਾ ਤੇ ਸਾਡੇ ਤਾਂ ਬੱਸ ਕੱਟਿਆ ਗਿਆ, ਹੁਣ ਤਾਂ ਇਕੱਲਾ ਟਰਾਂਸ ਹੀ ਰਹਿ ਗਿਆ। ਬੱਸ ਦੀ ਆਪਸ਼ਨ ਹੀ ਖਤਮ ਕਰਤੀ। PSV ਬੱਸ ਜਿਹੜਾ ਹੈਗਾ ਉਹ ਕੱਟਿਆ ਹੋਊਗਾ ਤੁਹਾਡੇ, ਕਿਉਂਕਿ ਆਹ ਦੇਖੋ ਲਾਇਸੈਂਸ ਦੇ ਵਿੱਚ ਲਿਖਿਆ ਹੋਇਆ, ਜਦੋਂ ਲਰਨਿੰਗ ਲਾਇਸੈਂਸ ਬਣਦਾ ਹੈ ਉਦੋਂ ਲਿਖਿਆ ਜਾਂਦਾ HMV, ਪਰ ਜਦੋਂ ਇਹ ਪੱਕਾ ਬਣੂਗਾ, ਜਿਹਨੂੰ ਅਸੀਂ ਪਰਮਾਨੈਂਟ ਕਹਿੰਦੇ ਆ, ਉਦੋਂ ਲਿਖਿਆ ਜਾਊਗਾ ਟਰਾਂਸ। ਗੁੱਡਸ ਐਂਡ ਪੈਸੰਜਰ, ਗੁੱਡਸ ਐਂਡ ਪੈਸੰਜਰ, ਯਾਨੀ ਕਿ ਗੁੱਡਸ ਹੁੰਦੇ ਨੇ ਢੋਆ ਢੋਆਈ ਵਾਲੇ ਤੇ ਪੈਸੰਜਰ ਹੁੰਦੇ ਸਵਾਰੀਆਂ ਵਾਲੇ। ਇਹ ਦੋਨੋਂ ਵਹੀਕਲ ਟਰਾਂਸ ਦੇ ਵਿੱਚ ਆਉਂਦੇ ਨੇ। ਚਾਹੇ ਤੁਸੀਂ ਬੱਸ ਚਲਾਉਣੀ ਹੈ, ਚਾਹੇ ਤੁਸੀਂ ਟਰੱਕ ਚਲਾਉਣਾ ਹੈ, ਟਰਾਂਸ ਦਾ ਲਾਇਸੈਂਸ ਚਾਹੀਦਾ ਹੈ। ਉਹਦੇ ਲਈ ਬੱਸ ਦੀ ਆਪਸ਼ਨ ਤੁਹਾਡੀ ਜਿਹੜੀ ਹੈਗੀ ਉਹ ਲਾਇਸੈਂਸ ਦੇ ਵਿੱਚੋਂ ਕੱਟੀ ਜਾਊਗੀ। ਪਰ ਹੁਣ ਜਿਹੜੇ ਚਲਾਉਂਦੇ ਨੇ ਟ੍ਰੇਲਰ, ਜਿਹਨੂੰ ਅਸੀਂ ਕਹਿ ਦਿੰਦੇ ਘੋੜਾ, ਇਹਦੀ ਆਪਸ਼ਨ ਅਲੱਗ ਹੈ ਜਨਾਬ।
1 ਸਤੰਬਰ 2019 ਤੋਂ ਬਾਅਦ ਜਿਹੜੇ ਨਵੇਂ ਮੋਟਰ ਵਹੀਕਲ ਐਕਟ ਪਾਸ ਹੋਏ ਨੇ, ਕਿਉਂਕਿ ਮੈਂ ਜਿੱਥੋਂ ਤੱਕ ਮੇਰਾ ਅੰਦਾਜ਼ਾ ਟਰਾਂਸਪੋਰਟ ਮਹਿਕਮੇ ਦਾ ਮੰਨਣਾ ਹੈ, ਚਲੋ ਬੱਸ ਤੇ ਟਰੱਕ ਦੇ ਵਿੱਚ ਇੰਨਾ ਫਰਕ ਹੈ, ਇੱਕ ਦੇ ਵਿੱਚ ਸਵਾਰੀਆਂ ਨੇ, ਇੱਕ ਦੇ ਵਿੱਚ ਸਮਾਨ ਹੈ, ਤੇ ਬਾਕੀ ਬੱਸ ਦੀ ਵੀ 에ਅਰ ਪ੍ਰੈਸ਼ਰ ਬ੍ਰੇਕ ਹੈ, ਟਰੱਕ ਦੀ ਵੀ 에ਅਰ ਪ੍ਰੈਸ਼ਰ ਬ੍ਰੇਕ ਹੈ, ਜਾਣੀ ਕਿ ਟੈਕਨੋਲੋਜੀ ਮਿਲਦੀ ਜੁਲਦੀ ਆ। ਇਸ ਕਰਕੇ ਇਸ ਲਾਇਸੈਂਸ ਨੂੰ ਇਕੱਠਾ ਕਰਤਾ। ਪਰ ਜਿੱਥੋਂ ਤੱਕ ਮੇਰਾ ਮੰਨਣਾ ਹੈ ਕਿ ਟਰਾਲੇ ਦਾ ਲਾਇਸੈਂਸ, ਜਿਹਨੂੰ ਅਸੀਂ ਘੋੜਾ ਕਹਿ ਦਿੰਦੇ ਆ, ਟਰੱਕ ਐਂਡ ਟ੍ਰੇਲਰ, ਉਹਦਾ ਲਾਇਸੈਂਸ ਅਲੱਗ ਕੱਢਣ ਦਾ ਮਤਲਬ ਇਹ ਹੈ ਕਿ ਟਰਾਲੇ ਦੇ ਦੋ ਪਾਰਟ ਬਣ ਜਾਂਦੇ ਨੇ, ਟਰੱਕ ਅਲੱਗ ਹੋ ਜਾਂਦਾ ਤੇ ਟ੍ਰੇਲਰ ਕੈਬਨ ਅਲੱਗ ਹੋ ਜਾਂਦਾ, ਟ੍ਰੇਲਰ ਅਲੱਗ ਰਹਿ ਜਾਂਦਾ। ਇਹਦੀ ਜਿਹੜੀ ਕਟਾਈ ਹੈ ਉਹ ਵੀ ਉਲਟਾ ਹੈ। ਇਸ ਕਰਕੇ ਜਨਾਬ ਜੀ ਹੁਣ ਜਿਹੜਾ ਟਰਾਲੇ ਦਾ ਲਾਇਸੈਂਸ ਅਲੱਗ ਬਣਦਾ, ਜੇ ਲਾਇਸੈਂਸ ਅਲੱਗ ਬਣ ਰਿਹਾ ਹੈ ਤੇ ਕੱਲ ਨੂੰ ਹੋ ਸਕਦਾ ਸਾਨੂੰ ਕੋਈ ਕਲੇਮ ਲੈਣ ਦੇ ਵਿੱਚ ਵੀ, ਅਸੀਂ ਟਰਾਲਾ ਚਲਾ ਰਹੇ ਹਾਂ, ਹੋ ਸਕਦਾ ਸਾਡੇ ਤੋਂ ਬੀਮਾ ਕੰਪਨੀ ਮੰਗ ਲੇ ਕਿ ਸਾਨੂੰ ਟ੍ਰੇਲਰ ਦਾ ਲਾਇਸੈਂਸ ਦਿਓ। ਅੱਜ ਵੀ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਨੇ ਟਰਾਲਾ ਚਲਾ ਰਹੇ ਨੇ, ਉਹ ਟਰਾਂਸ ਦੇ ਸਿਰ ਤੇ ਹੀ ਚਲਾ ਰਹੇ ਨੇ, ਪਰ ਇਹ ਲਾਇਸੈਂਸ ਅਲੱਗ ਬਣਨਾ ਸ਼ੁਰੂ ਹੋ ਗਿਆ। ਜਿਹੜੇ ਲਾਇਸੈਂਸ ਦਾ ਨਾਮ ਹੈ ਟਰੱਕ ਐਂਡ ਪਾਵਰ ਟ੍ਰੇਲਰ, ਤੇ ਲਾਇਸੈਂਸ ਦੇ ਉੱਪਰ ਲਿਖਿਆ ਹੁੰਦਾ ਹੈ ਲਰਨਿੰਗ ਤੇ ਅਦਰ ਟ੍ਰੇਲਰਸ। ਇਹ ਜਿਹੜਾ ਹੈਗਾ ਲਾਇਸੈਂਸ ਜਨਾਬ ਜੀ ਹੁਣ ਅਲੱਗ ਬਣਦਾ ਹੈ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਵੀ ਇਹ ਵਹੀਕਲ ਚਲਾ ਰਹੇ ਨੇ ਉਹ ਆਪਦਾ ਲਾਇਸੈਂਸ ਜਿਹੜਾ ਹੈਗਾ ਉਹ ਟ੍ਰੇਲਰ ਦਾ ਬਣਾ ਲੈਣਾ। ਹੁਣ ਗੱਲ ਕਰ ਲੈਂਦੇ ਆਪਾਂ ਐਗਰੀਕਲਚਰ ਵਹੀਕਲ ਦੀ। ਹੁਣ ਜਿਹੜੀ ਘਰ ਦੇ ਵਿੱਚ ਚੱਲਣ ਵਾਲੀ ਕੰਬਾਈਨ ਹੁੰਦੀ ਆ, ਬਹੁਤ ਲੋਕੀ ਕੰਬਾਈਨ ਵੀ ਚਲਾਉਂਦੇ ਨੇ, ਘਰਾਂ ਕੰਬਾਈਨਾਂ ਦੇ ਮਾਲਕ ਵੀ ਹੁੰਦੇ ਨੇ। ਉਹੀ ਫਿਰ ਗੱਲ ਆ ਗਈ, ਸਾਡੇ ਤਾਂ ਸਾਰਾ ਕੁਝ ਕਹਿਤਾ ਕਿ ਹੈਵੀ ਬਣ ਗਿਆ ਤਾਂ ਅਸੀਂ ਫਿਰ ਹਵਾਈ ਜਹਾਜ਼ ਉਡਾ ਲਈਏ। ਹੁਣ ਜਿਹੜਾ ਕੰਬਾਈਨ ਤੇ ਜਿਹੜਾ ਟਰੈਕਟਰ ਟਰਾਲੀ ਆ, ਇਹ ਹੈਗਾ ਐਗਰੀਕਲਚਰ ਵਹੀਕਲ। ਹੁਣ ਦੇਖੋ, ਨਾ ਤਾਂ ਕੰਬਾਈਨ ਨਾਲ ਸਵਾਰੀਆਂ ਢੋਈਆਂ ਜਾ ਸਕਦੀਆਂ, ਨਾ ਹੀ ਕੰਬਾਈਨ ਨਾਲ ਸਮਾਨ ਕੋਈ ਢੋਇਆ ਜਾ ਸਕਦਾ। ਇਹਦਾ ਕੰਮ ਸਿਰਫ ਇੱਕ ਖੇਤੀਬਾੜੀ ਨਾਲ ਸੰਬੰਧਿਤ ਹੈ। ਇਹ ਵੀ ਜਿਹੜਾ ਲੋਕ ਜਿਹੜੇ ਜਿੰਨੇ ਵੀ ਚਲਾਉਂਦੇ ਨੇ ਉਹ ਟਰਾਂਸ ਦੇ ਵਿੱਚ ਹੀ ਚਲਾਉਂਦੇ, ਲਾਇਸੈਂਸ ਦੇ ਵਿੱਚ। ਬਲਕਿ ਇਹਦਾ ਜਿਹੜਾ ਹੈਗਾ ਹਾਰਵੈਸਟ ਜਿਹੜਾ ਲਾਇਸੈਂਸ ਉਹ ਅਲੱਗ ਤੋਂ ਬਣਦਾ। ਤਾਂ ਮੇਰੀ ਜੇ ਅਪੀਲ ਹੈ ਕਿ ਜਿਹੜੇ ਵੀ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਕੰਬਾਈਨਾਂ ਨੇ, ਕੰਬਾਈਨ ਦੇ ਮਾਲਕ ਨੇ ਜਾਂ ਕੰਬਾਈਨ ਡਰਾਈਵਰ ਨੇ, ਉਹ ਆਪਦੇ ਲਾਇਸੈਂਸ ਦੇ ਉੱਪਰ ਹਾਰਵੈਸਟ ਦਾ ਲਾਇਸੈਂਸ ਬਣਾਓ, ਹਾਰਵੈਸਟਰ ਦਾ। ਇਹ ਟਰਾਂਸ ਦੇ ਸਿਰ ਤੇ ਕੰਬਾਈਨ ਨਹੀਂ ਚੱਲਦੀ। ਤੇ ਜੇ ਤੁਸੀਂ ਟਰੈਕਟਰ ਟਰਾਲੀ ਚਲਾ ਰਹੇ ਹੋ ਤਾਂ ਟਰੈਕਟਰ ਟਰਾਲੀ, ਹੁਣ ਤੁਹਾਡੇ ਲਾਇਸੈਂਸ ਦੇ ਉੱਪਰ ਟਰੈਕਟਰ ਵੀ ਕੱਟਿਆ ਜਾਊਗਾ। ਜਿਨ੍ਹਾਂ ਦੇ ਲਾਇਸੈਂਸ ਦੇ ਉੱਪਰ ਟਰੈਕਟਰ ਲਿਖਿਆ ਸੀ, ਜਦੋਂ ਰੀਨਿਊ ਕਰਾਉਣਗੇ ਉਹ ਟਰੈਕਟਰ ਵੀ ਕੱਟਿਆ ਜਾਊਗਾ, ਕਿਉਂਕਿ ਟਰੈਕਟਰ ਵੀ LMV ਦੇ ਵਿੱਚ ਆ ਗਿਆ। ਅਗਰ ਉਹ 7500 kg ਤੱਕ ਹੈਗਾ ਫਿਰ ਤਾਂ LMV ਦੇ ਵਿੱਚ ਹੈ। ਅਗਰ ਉਹ ਟਰੈਕਟਰ ਟਰਾਲੀ ਦੇ ਉੱਪਰ ਲੋਡ 7500 kg ਤੋਂ ਉੱਪਰ ਹੈ, ਉਹ ਫਿਰ ਟਰਾਂਸ ਦੇ ਵਿੱਚ ਨਹੀਂ ਆਊਗਾ। ਉਹਦੇ ਲਈ ਲਾਇਸੈਂਸ ਦਾ ਨਾਮ ਹੈ ਐਗਰੀਕਲਚਰ ਟਰੈਕਟਰ ਐਂਡ ਪਾਵਰ ਟਿਲਰ। ਟਰੈਕਟਰ ਟਰਾਲੀ ਦਾ ਜਿਹੜਾ ਹੈਗਾ ਜਨਾਬ ਜੀ ਲਾਇਸੈਂਸ, ਉਹ ਅਲੱਗ ਤੋਂ ਬਣਦਾ। ਜਿਹੜੇ ਲਾਇਸੈਂਸ ਦਾ ਨਾਮ ਹੈ ਐਗਰੀਕਲਚਰ ਟਰੈਕਟਰ, ਅਗਰ ਤੁਸੀਂ ਟਰੈਕਟਰ ਟਰਾਲੀ ਚਲਾਉਂਦੇ ਹੋ ਉੱਪਰ ਲੋਡ ਲੈ ਕੇ, ਹੁਣ ਆਪਣੇ ਇੱਕ ਮੁੰਡੇ ਨਾਲ ਮੇਰੀ ਗੱਲਬਾਤ ਹੋਈ, ਉਹਨੂੰ 22 ਲੱਖ ਦਾ ਕਲੇਮ ਪਿਆ, ਕਿਉਂਕਿ ਉਹ ਨਾ ਆਪਦਾ ਲੈ ਕੇ ਜਾ ਰਿਹਾ ਸੀਗਾ ਟਰੈਕਟਰ ਟਰਾਲੀ, ਆਪਣੀ ਫਸਲ ਮੰਡੀ ਲੈ ਕੇ ਜਾ ਰਿਹਾ ਸੀ, ਤੇ ਅਚਾਨਕ ਉਹਦਾ ਐਕਸੀਡੈਂਟ ਹੋਇਆ ਤੇ ਮੁੰਡੇ ਦੀ ਡੈਥ ਹੋ ਗਈ। ਉਹਨੂੰ 22 ਲੱਖ ਦਾ ਜਿਹੜਾ ਹੈਗਾ ਕਲੇਮ ਪਿਆ ਉਹ ਮਰੇ ਦਾ। ਹੁਣ ਉਹਦੇ ਕੋਲੇ ਲਾਇਸੈਂਸ ਟਰੈਕਟਰ ਦਾ ਵੀ ਹੈਗਾ, ਬੀਮਾ ਵੀ ਹੈਗਾ, ਪਰ ਉਹ ਕਹਿੰਦਾ ਜੀ ਮੈਨੂੰ ਕਲੇਮ ਨਹੀਂ ਮਿਲਿਆ, ਕਿਉਂਕਿ ਉਹਦਾ ਜਿਹੜਾ ਲਾਇਸੈਂਸ ਦੇ ਉੱਪਰ ਟਰੈਕਟਰ ਵੀ ਲਿਖਿਆ ਹੋਇਆ ਸੀਗਾ ਤੇ ਜਿਹੜਾ ਟਰਾਂਸ ਦਾ ਜਾਣੀ ਕਿ ਹੈਵੀ ਲਾਇਸੈਂਸ ਵੀ ਬਣਿਆ ਹੋਇਆ ਸੀ। ਹੁਣ ਟਰੈਕਟਰ ਟਰਾਲੀ ਜਿਹੜਾ ਹੈਗਾ ਇਹ ਸਾਡਾ ਖੇਤੀਬਾੜੀ ਦਾ ਵਹੀਕਲ ਹੈ, ਜਿਹੜਾ ਇਸ ਟਰਾਂਸ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ। ਇਹਦਾ ਲਾਇਸੈਂਸ ਹੈ, ਉਹਨੂੰ ਕਲੇਮ 22 ਲੱਖ ਰੁਪਈਆ ਉਹ ਮੁੰਡਾ ਕਹਿੰਦਾ ਹੈ ਕਿ ਮੈਨੂੰ ਆਪਦੀ ਜੇਬ ਦੇ ਵਿੱਚੋਂ ਭਰਨਾ ਪਿਆ, ਕਿਉਂਕਿ ਉਹਦੇ ਕੋਲੇ ਐਗਰੀਕਲਚਰ ਟਰੈਕਟਰ ਐਂਡ ਪਾਵਰ ਟਿਲਰ ਦਾ ਜਿਹੜਾ ਹੈਗਾ ਉਹ ਲਾਇਸੈਂਸ ਨਹੀਂ ਬਣਿਆ ਹੋਇਆ ਸੀ। ਅਸੀਂ ਇਦਾਂ ਦੀਆਂ ਬਹੁਤ ਸਾਰੀਆਂ ਜਾਣਕਾਰੀਆਂ। ਸੌਰੀ ਮੈਂ ਤੁਹਾਨੂੰ ਰੋਕ ਰਿਹਾ, ਇਹਨਾਂ ਦੇ ਵਿੱਚ ਦੋ ਕੈਟੇਗਰੀ ਵਿੱਚ ਡਿਫਰੈਂਸ ਕੀ ਆ, ਹਾਰਵੈਸਟ ਦੇ ਵਿੱਚ ਤੇ ਐਗਰੀਕਲਚਰ ਟਰੈਕਟਰ ਐਂਡ ਪਾਵਰ ਟਿਲਰ ਦੇ ਵਿੱਚ? ਇਹ ਦੋਨੇ ਐਗਰੀਕਲਚਰ ਵਹੀਕਲ ਨੇ ਜੀ। ਅੱਛਾ। ਤੇ ਇਹ ਹੁਣ ਤੁਸੀਂ ਚਾਹੇ ਜਿਹੜਾ ਕੰਬਾਈਨ ਹੈ, ਕੰਬਾਈਨ ਜਿਹੜੀ ਹੈਗੀ ਇਹ ਨੌਨ ਟਰਾਂਸਪੋਰਟ ਦਾ ਵਹੀਕਲ ਹੈ, ਇਹ ਕੋਈ ਟਰਾਂਸਪੋਰਟ ਦਾ ਵਹੀਕਲ ਨਹੀਂ ਹੈਗਾ। ਇਹ ਜਦੋਂ ਤੁਸੀਂ LMV ਲਾਇਸੈਂਸ ਬਣਾਉਂਦੇ ਹੋ ਤੇ ਐਡੀਸ਼ਨਲ ਆਪਸ਼ਨ ਇਹਦੀ ਅਲੱਗ ਤੋਂ ਫੀਸ ਲੱਗੂਗੀ। ਜੇ ਮੰਨ ਲਓ ਕੰਬਾਈਨ ਦਾ ਪਾਉਣ, ਤੁਸੀਂ ਜਿੰਨੇ ਵੀ ਪਾਉਣਾ ਚਾਹੁੰਦੇ ਹੋ ਵਹੀਕਲਸ ਕੈਟਾਗਰੀਜ਼, ਉਹਦੀਆਂ ਅਲੱਗ-ਅਲੱਗ ਫਿਰ ਜਿਹੜੀ ਹੈਗੀਆਂ ਫੀਸਾਂ ਲੱਗਦੀਆਂ। ਕਿਉਂਕਿ ਜੇਕਰ ਅਸੀਂ ਚਲੋ ਠੀਕ ਆ ਐਗਰੀਕਲਚਰ ਵਹੀਕਲ ਦੇ ਲਈ ਬਣਾਉਣਾ, ਜੇ ਅਸੀਂ ਕੱਲਾ ਹਾਰਵੈਸਟ ਬਣਾਈਏ ਤਾਂ ਵੀ ਚੱਲ ਜੂ, ਜਾਂ ਫਿਰ ਸਾਨੂੰ ਐਗਰੀਕਲਚਰ ਟਰੈਕਟਰ ਐਂਡ ਪਾਵਰ ਟਿਲਰ ਨਾਲ ਬਣਾਉਣਾ ਪੈਣਾ? ਜੇ ਤਾਂ ਕੰਬਾਈਨ ਚਲਾਉਂਦੇ ਆ ਤਾਂ ਫਿਰ ਹਾਰਵੈਸਟ
ਤੇ ਜੇ ਟਰੈਕਟਰ ਟਰਾਲੀ ਵੀ ਅਸੀਂ ਸਕੋ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਤਾਂ ਟਰੈਕਟਰ ਟਰਾਲੀਆਂ ਹੁੰਦੀਆਂ ਹੀ ਤਾਂ ਨਹੀਂ, ਫਿਰ ਸਾਨੂੰ ਤਾਂ ਫਿਰ ਉਹਦੇ ਲਈ ਐਗਰੀਕਲਚਰ ਟਰੈਕਟਰ ਐਂਡ ਪਾਵਰ ਜਿਹੜਾ ਹੈਗਾ ਟਿਲਰ ਜਿਹੜਾ ਉਹਦਾ ਲਾਇਸੈਂਸ ਸਾਨੂੰ ਬਣਾਉਣਾ ਹੈ। ਤੁਸੀਂ ਮੈਂ ਦਰਸ਼ਕਾਂ ਨੂੰ ਅਪੀਲ ਕਰ ਰਿਹਾ, ਤੁਸੀਂ ਮੈਂ ਲਾਇਸੈਂਸ ਦੀਆਂ ਕੈਟਾਗਰੀਜ਼ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ, ਪਰ ਤੁਸੀਂ ਉਹੀ ਲਾਇਸੈਂਸ ਬਣਾਉਣਾ ਹੈ ਜਿਹੜਾ ਵਹੀਕਲ ਤੁਸੀਂ ਅਕਸਰ ਚਲਾਉਂਦੇ ਹੋ। ਹੁਣ ਦੇਖੋ ਅਸੀਂ ਮੋਟਰਸਾਈਕਲ ਵੀ ਚਲਾਉਂਦੇ ਆ, ਹਰ ਬੰਦਾ ਚਲਾਉਂਦਾ ਹੈ। MCWG ਮੋਟਰਸਾਈਕਲ ਵਿਦ ਗੇਅਰ ਦਾ ਲਾਇਸੈਂਸ ਹੋਣਾ ਚਾਹੀਦਾ ਹੈ। LMV ਲਾਇਸੈਂਸ ਹੋਣਾ ਚਾਹੀਦਾ ਹੈ। ਅਗਰ ਹੈਵੀ ਚਲਾਉਂਦੇ ਹੋ ਵਹੀਕਲ 7.5 ਟਨ ਤੋਂ ਉੱਪਰ ਤਾਂ ਟਰਾਂਸ ਦਾ ਲਾਇਸੈਂਸ ਹੋਣਾ ਚਾਹੀਦਾ ਹੈ। ਅਗਰ ਘੋੜਾ ਚਲਾਉਂਦੇ ਹੋ ਉਹਦੇ ਲਈ ਅਦਰ ਟ੍ਰੇਲਰਸ ਦਾ ਲਾਇਸੈਂਸ ਹੋਣਾ ਚਾਹੀਦਾ ਹੈ। ਅਗਰ ਤੁਸੀਂ ਕੰਬਾਈਨ ਚਲਾਉਂਦੇ ਹੋ ਉਹਦੇ ਲਈ ਹਾਰਵੈਸਟਰ ਹੋਣਾ ਚਾਹੀਦਾ ਹੈ। ਤੇ ਅਗਰ ਟਰੈਕਟਰ ਟਰਾਲੀ ਚਲਾਉਂਦੇ ਹੋ ਤੇ ਉਹਦੇ ਲਈ ਐਗਰੀਕਲਚਰ ਟਰੈਕਟਰ ਐਂਡ ਪਾਵਰ ਜਿਹੜਾ ਟਿਲਰ ਦਾ ਜਿਹੜਾ ਲਾਇਸੈਂਸ ਉਹ ਹੋਣਾ ਚਾਹੀਦਾ। ਹੁਣ ਦੂਸਰੇ ਨੰਬਰ ਤੇ ਆ ਗਿਆ ਜਿਹੜੇ ਅਰਥ ਮੂਵਿੰਗ ਦੇ ਵਹੀਕਲ ਹੁੰਦੇ ਨੇ, ਜਿਵੇਂ JCB ਕ੍ਰੇਨ। ਹੁਣ ਇਹ ਜਿਹੜਾ ਹਾਰਵੈਸਟਰ ਦਾ ਲਾਇਸੈਂਸ ਹੈ, ਇਹ ਸਾਡਾ ਜਦੋਂ ਅਸੀਂ LMV ਲਾਇਸੈਂਸ ਬਣਾਉਣੇ ਆ ਨਾਲ ਹੀ ਅਸੀਂ ਇਹਦੀ ਵੀ ਆਪਸ਼ਨ ਪਵਾ ਸਕਦੇ ਹਾਂ। ਨੋਨ ਟਰਾਂਸਪੋਰਟ ਦੇ ਜਿਹੜੇ ਹੈਗੇ ਨੇ ਉਹ ਵਹੀਕਲਸ ਹੈਗੇ ਨੇ। ਹੁਣ ਜਿਹੜੇ ਲੋਡਰ ਐਕਸਾਵੇਟਰ ਹੁੰਦਾ ਹੈ, ਇਹ ਅਰਥ ਮੂਵਿੰਗ ਦੇ ਵਿੱਚ ਆ ਜਾਂਦੇ ਨੇ। ਫਿਰ ਗੱਲ ਉਹੀ ਫਿਰ ਸਾਡੇ ਪਿਆਰੇ ਸਰੋਤਿਆਂ ਦਾ ਇਹੀ ਹੁੰਦਾ ਹੈ ਕਿ ਟਰਾਂਸ ਬਣ ਗਏ, ਹੁਣ ਭਾਵੇਂ ਅਸੀਂ ਹਵਾਈ ਜਹਾਜ਼ ਡਾਲੀਏ। ਜਿਹੜਾ JCB ਐਕਸਾਵੇਟਰ ਹੁੰਦੇ ਆ ਇਹ ਅਰਥ ਮੂਵਿੰਗ ਵਹੀਕਲ ਹੁੰਦੇ ਆ, ਇਹਨਾਂ ਦਾ ਕੰਮ ਹੁੰਦਾ ਮਿੱਟੀ ਪੁੱਟਣ ਦਾ। ਹੁਣ ਜਿਹੜਾ ਐਕਸਾਵੇਟਰ ਹੈ ਉਹ ਤਾਂ ਰੋਡ ਤੇ ਚੱਲਣਾ ਹੀ ਲਾਊਡ ਨਹੀਂ ਹੈਗਾ ਕਿਉਂਕਿ ਉਹ ਸੜਕ ਪੁੱਟਦਾ ਹੈ। ਇਸ ਕਰਕੇ ਉਹਦਾ ਜਿਹੜਾ ਇਹ ਵੀ ਨੋਨ ਟਰਾਂਸਪੋਰਟ ਦੇ ਵਹੀਕਲ ਆ ਜਾਂਦੇ ਆ। ਇਹ ਜਦੋਂ ਤੁਸੀਂ LMV ਲਾਇਸੈਂਸ ਬਣਾਉਣਾ, ਜਿਹੜੇ ਇਹ ਜਿਨ੍ਹਾਂ ਨੇ ਬਾਹਰਲੇ ਮੁਲਕਾਂ 'ਚ ਜਾਣਾ ਹੈ ਉਹ ਇਹ ਚੀਜ਼ਾਂ ਐਡੀਸ਼ਨਲ ਆਪਸ਼ਨਾਂ ਕਰਵਾ ਕੇ ਜਾਣ, ਤਾਂ ਜੋ ਬਾਹਰ ਜਾ ਕੇ ਉਹਨਾਂ ਦਾ ਜਿਹੜਾ ਇਹ ਲਾਇਸੈਂਸ ਉਹਨਾਂ ਦਾ ਉੱਥੇ ਦਿੱਕਤ ਨਾ ਆਏ, ਪ੍ਰੋਬਲਮ ਨਾ ਆਏ। ਤਾਂ ਉਹਦਾ ਜਿਹੜਾ ਲਾਇਸੈਂਸ ਦਾ ਨਾਮ ਹੈ ਅਦਰ ਲੋਡਰ ਐਕਸਾਵੇਟਰ। ਲੋਡਰ ਐਕਸਾਵੇਟਰ ਦਾ ਜਿਹੜਾ ਲਾਇਸੈਂਸ ਹੈਗਾ ਉਹ ਬਣਾਓ। ਕ੍ਰੇਨ ਦਾ ਜਿਹੜਾ ਲਾਇਸੈਂਸ ਹੈਗਾ ਉਹ ਅਲੱਗ ਬਣਦਾ ਹੈ। ਇੱਕ ਜਿਹੜਾ ਸਾਡੇ ਗੋਦਾਮਾਂ ਦੇ ਵਿੱਚ ਜਾਂ ਸਮਾਨ ਚੱਕਦੇ ਹੋ ਮਸ਼ੀਨ, ਫੋਰਕ ਲਿਫਟ, ਉਹ ਫੋਰਕ ਲਿਫਟ ਦਾ ਵੀ ਜਿਹੜਾ ਹੈਗਾ ਉਹ ਲਾਇਸੈਂਸ ਜਿਹੜਾ ਹੈਗਾ ਉਹ ਅਲੱਗ ਬਣਦਾ ਹੈ। ਹੁਣ ਮੈਂ ਤੁਹਾਨੂੰ ਸਭ ਤੋਂ ਜ਼ਿਆਦਾ ਰੋਚਕ ਗੱਲ ਦੱਸਣ ਲੱਗਿਆ, ਜਿਹੜੇ ਬੱਚਿਆਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ, ਅਕਸਰ ਹੀ ਸਾਡੇ ਨੌਜਵਾਨ ਜਿੰਨੇ ਵੀ ਫੋਰਨ ਜਾਣਾ ਹੁੰਦਾ ਉਹ ਅਕਸਰ ਹੀ ਕਹਿੰਦੇ ਨੇ ਕਿ ਅਸੀਂ ਜਾ ਕੇ ਉੱਥੇ ਟ੍ਰੇਲਰ ਚਲਾਉਣਾ ਹੈ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ JCB ਐਕਸਾਵੇਟਰ ਜਿਹਨੂੰ ਤੇ ਫੋਰਕ ਲਿਫਟ ਚਲਾਉਣੀ ਆਉਂਦੀ ਆ, ਬਾਹਰਲੇ ਮੁਲਕਾਂ ਦੇ ਵਿੱਚ ਇਹਦਾ ਕੰਮ ਬਹੁਤ ਹੈ। ਇਹਨਾਂ ਦੇ ਆਪਰੇਟਰ ਬਹੁਤ ਘੱਟ ਨੇ ਤੇ ਇਹਨਾਂ ਦੀ ਜਿਹੜੀ ਜੌਬ ਹੈ ਉਹ ਵੀ ਬਹੁਤ ਮਜ਼ੇਦਾਰ ਹੈ। ਹੁਣ ਟਰੱਕ ਤਾਂ ਜਿਹੜੇ ਅਮਰੀਕਾ ਕੈਨੇਡਾ ਦੇ ਵਿੱਚ ਕਈ ਲੋਕ ਮੈਂ ਦੇਖਿਆ ਬਾਹਰਲੇ ਮੁਲਕਾਂ ਤੋਂ ਆ ਕੇ ਉਹ ਇੱਥੇ JCB ਐਕਸਾਵੇਟਰ ਸਿੱਖਦੇ ਆ। ਮੈਂ ਉਹਨਾਂ ਨੂੰ ਪੁੱਛਦਾ ਤੁਸੀਂ ਬਾਹਰਲੇ ਟ੍ਰੇਲਰ ਚਲਾਓ, ਉਹ ਕਹਿੰਦੇ ਜੀ ਟ੍ਰੇਲਰ ਤਾਂ ਹਫਤਾ 10 ਦਿਨ ਅਸੀਂ ਘਰੇ ਨਹੀਂ ਆਉਂਦੇ। ਇੱਕ ਜੇ ਅਸੀਂ JCB ਜਾਂ ਐਕਸਾਵੇਟਰ ਚਲਾਉਣੇ ਆ ਤਾਂ ਇੱਕ ਲਿਮਟਿਡ ਜੀ ਜਗ੍ਹਾ ਹੁੰਦੀ ਆ, ਸਾਰਾ ਦਿਨ ਉੱਥੇ ਖੁਦਾਈ ਕਰਦੀ ਜਾਣੀ। 8 ਘੰਟਿਆਂ ਤੋਂ ਬਾਅਦ ਜੇ ਓਵਰ ਟਾਈਮ ਲਾਉਣਾ ਲਾਓ, ਨਹੀਂ ਤਾਂ ਆਪਦੇ ਘਰੇ ਆ ਜਾਓ। ਪੈਸਾ ਵੀ ਚੰਗਾ ਮਿਲਦਾ ਹੈ। ਇਸ ਕਰਕੇ ਅਗਰ ਤੁਸੀਂ JCB ਐਕਸਾਵੇਟਰ ਜਾਂ ਫੋਰਕ ਲਿਫਟ ਦੀ ਟ੍ਰੇਨਿੰਗ ਲੈ ਕੇ ਜਾਂਦੇ ਹੋ ਤੇ ਟ੍ਰੇਨਿੰਗ ਸਰਟੀਫਿਕੇਟ ਲੈ ਕੇ ਜਾਂਦੇ ਹੋ ਤੇ ਲਾਇਸੈਂਸ ਬਣਾ ਕੇ ਜਾਂਦੇ ਹੋ ਤਾਂ ਤੁਹਾਡੇ ਲਈ ਕੰਮ ਤੁਹਾਡੇ ਹੱਥੋਂ ਨਹੀਂ ਮੁੱਕੂਗਾ। ਬਹੁਤ ਤੁਹਾਨੂੰ ਕੰਮ ਮਿਲੂਗਾ ਉਹਨਾਂ ਕੰਟਰੀਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ। ਅਸੀਂ ਅਕਸਰ ਹੀ ਇਹ ਸਾਰੀਆਂ ਚੀਜ਼ਾਂ ਮੇਰੇ ਫੇਸਬੁੱਕ ਤੇ YouTube ਪੇਜ ਡਰਾਈਵ ਵਿਦ ਮਨੀਸ਼ ਤੇ ਅਸੀਂ ਜਿਹੜੀ ਹੈਗੀਆਂ ਨੇ ਉਹ ਇਸ ਤਰ੍ਹਾਂ ਦੀਆਂ ਜਿਹੜੀ ਹੈਗੀਆਂ ਨੇ ਉਹ ਜਾਣਕਾਰੀਆਂ ਅਸੀਂ ਦਿੰਦੇ ਰਹਿੰਦੇ ਆ। ਤੇ ਹੋਰ ਜੋ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਉਹ ਪੁੱਛ ਸਕਦੇ ਹੋ। ਅੱਛਾ, ਇਹਦੇ ਵਿੱਚ ਕਈ ਤਰ੍ਹਾਂ ਦੇ, ਜਿਵੇਂ ਹੁਣ ਅਸੀਂ ਐਗਰੀਕਲਚਰ ਦੀ ਬਾਈ ਗੱਲ ਕਰ ਲਈ ਨਾ, ਹਾਰਵੈਸਟ ਦਾ ਤੁਸੀਂ ਦੱਸਤਾ, ਕ੍ਰੇਨ ਦਾ ਤੁਸੀਂ ਦੱਸਤਾ, ਹੋਰ ਵੀ ਕਈ ਤਰ੍ਹਾਂ ਦੇ ਲਾਇਸੈਂਸ ਨੇ। ਮੈਂ ਚਾਹੂੰਗਾ ਕਿ ਆਪਾਂ ਇੱਕ ਵਾਰੀ ਡਿਟੇਲ ਦੇ ਵਿੱਚ ਗੱਲ ਜ਼ਰੂਰ ਕਰ ਲਈਏ। ਜਿਹੜੇ ਅਗਲੇ ਲਾਇਸੈਂਸ ਰਹਿ ਗਏ, ਬੈਨ ਦੀ ਗੱਲ ਹੋ ਗਈ, ਸ਼ਾਇਦ ਰਿਕਵਰੀ ਬੈਨ ਵਗੈਰਾ ਇਹਨਾਂ ਦਾ ਵੀ ਅਲੱਗ। ਹਾਂ ਜ਼ਰੂਰ। ਵੈਨ ਰਿਕਵਰੀ ਵੈਨ ਦਾ ਜਿਹੜਾ ਲਾਇਸੈਂਸ ਆ ਉਹ ਵੀ ਅਲੱਗ ਤੋਂ ਬੰਦਾ। ਇਹ ਟੋ ਟਰੱਕ ਕੀ ਹੁੰਦੇ, ਰਿਕਵਰੀ ਵੈਨ ਕੀ, ਰਿਕਵਰੀ ਵੈਨ ਜਿਹੜੇ ਹੈਗੇ ਆ ਉਹ ਜਿਵੇਂ ਅਸੀਂ ਸ਼ਹਿਰਾਂ ਦੇ ਵਿੱਚ ਪੀਲੀ ਲਾਈਨ ਦੇ ਵਿੱਚ ਗੱਡੀ ਖੜੀ ਕਰ ਦਿੰਦੇ ਆ ਤਾਂ ਉਹ ਆਪਣੇ ਜਿਹੜੀ ਕ੍ਰੇਨ ਚੱਕਣ ਆਉਂਦੀ ਹੁੰਦੀ ਆ ਉਹਨੂੰ ਜੇ ਕਹਿੰਦੇ ਨੇ ਬ੍ਰੇਕ ਡਾਊਨ ਐਂਡ ਰਿਕਵਰੀ, ਜਿਹੜੇ ਬ੍ਰੇਕ ਡਾਊਨ ਐਂਡ ਰਿਕਵਰੀ ਵੈਨ, ਜਦੋਂ ਸਾਡਾ ਵਹੀਕਲ ਕਿਤੇ ਖਰਾਬ ਹੋ ਜਾਂਦਾ ਹੈ ਅਸੀਂ ਫੋਨ ਕਰਦੇ ਆ ਤਾਂ ਉਹ ਸਾਡੇ ਵਹੀਕਲ ਨੂੰ ਮਕੈਨਿਕ ਤੱਕ ਜਿਹੜੇ ਪਹੁੰਚਾ ਕੇ ਲੈ ਕੇ ਜਾਂਦੇ ਆ। ਉਹਨਾਂ ਦਾ ਲਾਇਸੈਂਸ ਹੁੰਦਾ ਬ੍ਰੇਕ ਡਾਊਨ ਵੈਨ ਐਂਡ ਰਿਕਵਰੀ ਵੈਨ। ਪਰ ਜਿਹੜਾ ਲਾਇਸੈਂਸ ਹੈਗਾ ਆਪਣੇ
ਟੋ ਟਰੱਕ ਦਾ ਉਹ ਜਿਵੇਂ ਸਾਡੇ ਪੀਲੀ ਨੰਬਰ ਪਲੇਟ ਪੀਲੀ ਲਾਈਨ ਦੇ ਅੰਦਰ ਅਸੀਂ ਜਿਹੜੇ ਵਹੀਕਲ ਖੜੇ ਕਰ ਦਿੰਦੇ ਆ, ਬਾਜ਼ਾਰ ਦੇ ਵਿੱਚ ਖੜਾ ਹਾਂਜੀ ਹਾਂਜੀ, ਉਹਦਾ ਜਿਹੜਾ ਹੈਗਾ ਉਹ ਲਾਇਸੈਂਸ ਹੈਗਾ, ਉਹਦਾ ਨਾਮ ਹੈਗਾ ਟੋ ਟਰੱਕ। ਜਿਹੜੇ ਪੁਲਿਸ ਵਾਲੇ ਆਪਾਂ ਕਹਿੰਦੇ ਨੇ ਵੀ ਟੋ ਕਰਕੇ ਗੱਡੀ ਲੈ ਗਏ ਹਾਂਜੀ, ਭਾਈ, ਹੁਣ ਮੈਂ ਤੁਹਾਨੂੰ ਜਿਹੜੇ ਉਹਦੇ ਡਰਾਈਵਰ ਹੁੰਦੇ ਆ ਉਹ ਹਨਾ। ਹਾਂਜੀ ਹਾਂਜੀ, ਉਹਨਾਂ ਦੇ ਲਾਇਸੈਂਸ ਹੈਗਾ। ਹੁਣ ਜਿਵੇਂ ਈ ਰਿਕਸ਼ਾ ਈ ਕਾਰਟ ਹੈ, ਈ ਰਿਕਸ਼ਾ ਜਿਵੇਂ ਇਹਨਾਂ ਦਾ ਵੀ ਲਾਇਸੈਂਸ ਬਣਦਾ ਹੈ ਜੀ। ਈ ਰਿਕਸ਼ੇ ਦਾ ਤੇ ਈ ਕਾਰਟ, ਜਿਵੇਂ ਈ ਰਿਕਸ਼ਾ ਚੱਲਦੇ ਆ, ਇਹਨਾਂ ਦਾ ਵੀ ਈ ਰਿਕਸ਼ਿਆਂ ਦਾ ਵੀ ਜਿਹੜਾ ਹੈਗਾ ਉਹ ਲਾਇਸੈਂਸ ਬਣਦਾ ਹੈ ਜੀ। ਈ ਕਾਰਟ ਜਿਨ੍ਹਾਂ ਤੇ ਥੋੜਾ ਜਿਹਾ ਅਸੀਂ ਸਮਾਨ ਢੋਂਦੇ ਆ, ਉਹ ਇਹ ਦੋਨਾਂ ਦਾ ਜਿਹੜਾ ਹੈਗਾ ਉਹ ਲਾਇਸੈਂਸ ਇਹ ਵੀ ਜਿਹੜਾ ਹੈਗਾ ਉਹ ਅਲੱਗ ਤੋਂ ਬਣਦਾ ਹੈ। ਅੱਛਾ ਜੀ। ਇਹ ਤਾਂ ਤੁਹਾਨੂੰ ਮੈਂ ਲਾਇਸੈਂਸਾਂ ਬਾਰੇ ਜਿਹੜੀ ਹੈਗੀ ਆ ਇੱਕ ਮੁਕੰਮਲ ਰੂਪ ਦੇ ਵਿੱਚ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਲਾਇਸੈਂਸ ਮੈਂ ਦੱਸ ਦਿੱਤਾ ਕਿੰਨੇ ਬਹੁਤ ਕੈਟਾਗਰੀਜ਼ ਮੈਂ ਤੁਹਾਨੂੰ ਦੱਸਤੀਆਂ, ਪਰ ਅਸੀਂ ਜਿਹੜਾ ਵਹੀਕਲ ਚਲਾਉਂਦੇ ਆ ਸਾਡੇ ਅਗਰ ਉਹ ਜਿਵੇਂ ਅਸੀਂ ਜ਼ਿਮੀਦਾਰਾਂ ਦੇ ਸੰਬੰਧਤ ਆ, ਸਾਡੇ ਕੋਲੇ MCWG ਮੋਟਰਸਾਈਕਲ ਦਾ LMV ਦੇ ਵਿੱਚ 7500 kg ਤੱਕ ਅਸੀਂ ਸਾਰੇ ਵਹੀਕਲ ਚਲਾ ਸਕਦੇ ਆ, ਚਾਹੇ ਉਹ ਕਮਰਸ਼ੀਅਲ ਨੇ ਚਾਹੇ ਉਹ ਨੌਨ ਕਮਰਸ਼ੀਅਲ ਨੇ, ਚਾਹੇ ਉਹ ਮਿੰਨੀ ਬੱਸ ਹੈ, ਅਗਰ ਉਹ 7500 kg ਤੱਕ ਹੈ ਤਾਂ ਉਹ ਸਾਡੇ LMV ਵਹੀਕਲ ਦੇ ਵਿੱਚ ਹੀ ਚੱਲੂਗੀ। ਅਗਰ ਉਹ ਕੋਈ ਵੀ ਵਹੀਕਲ ਜਿਹੜੇ ਟਰਾਂਸਪੋਰਟ ਨਾਲ ਸੰਬੰਧਿਤ ਨੇ 7.5 ਟਨ ਤੋਂ ਉੱਪਰ ਵਹੀਕਲ ਨੇ ਉਹ ਫਿਰ ਟਰਾਂਸਪੋਰਟ ਦੇ ਵਿੱਚ ਚੱਲਣਗੇ। ਇਹ ਸਾਰੀ ਜਿਹੜੀ ਹੈਗੀਆਂ ਨੇ, ਜੇ ਕੋਈ ਕੰਬਾਈਨ ਚਲਾਉਂਦਾ ਉਹਦੇ ਲਈ ਹਾਰਵੈਸਟਰ ਦਾ ਲਾਇਸੈਂਸ ਹੋਣਾ ਚਾਹੀਦਾ ਹੈ। ਘੋੜਾ ਚਲਾਉਂਦਾ ਕੋਈ ਜਿਹੜੇ ਡਰਾਈਵਰ ਨੇ ਉਹਨਾਂ ਲਈ ਜਿਹੜਾ ਹੈਗਾ ਟਰੱਕ ਐਂਡ ਪਾਵਰ ਟ੍ਰੇਲਰ ਦਾ ਲਾਇਸੈਂਸ ਹੈ। ਜ਼ਿਮੀਦਾਰਾਂ ਲਈ ਐਗਰੀਕਲਚਰ ਟਰੈਕਟਰ ਐਂਡ ਪਾਵਰ ਟ੍ਰੇਲਰ ਦਾ ਜਿਹੜਾ ਹੈਗਾ ਉਹ ਆਪਦਾ ਜਿਹੜਾ ਹੈਗਾ ਉਹ ਲਾਇਸੈਂਸ ਬਣਾ ਕੇ ਰੱਖਣਾ। ਹੋਰ ਗੱਲ ਕਰ ਰਹੀ ਸੀ ਕਿ ਅੰਗਹੀਣ ਜਿਹੜੇ ਵੀਰ ਭੈਣਾਂ ਹੁੰਦੇ ਨੇ ਉਹਨਾਂ ਦੇ ਲਈ ਵੀ ਲਾਇਸੈਂਸ ਅਲੱਗ ਹੁੰਦੇ ਨੇ। ਹਾਂਜੀ, ਉਹਨਾਂ ਦੇ ਵੀ ਅਡੈਪਟਡ ਵਹੀਕਲ ਜਿਹੜਾ ਹੁੰਦਾ ਹੈ ਉਹਨਾਂ ਦੇ ਵੀ ਜਿਹੜਾ ਹੈਗਾ ਅੰਗਹੀਣ ਵਾਸਤੇ ਹੈਂਡੀਕੈਪਾਂ ਦਾ ਵੀ ਜਿਹੜਾ ਹੈਗਾ ਉਹ ਲਾਇਸੈਂਸ ਬਣਦਾ ਹੈ। ਪਰ ਜਿਵੇਂ ਉਹਨਾਂ ਦੀ ਕੁਝ ਸ਼ਰਤਾਂ ਹੁੰਦੀਆਂ ਨੇ, ਜਿਹੜੇ ਲਾਇਸੈਂਸ ਦਾ ਨਾਮ ਹੈ ਅਡੈਪਟਡ ਵਹੀਕਲਸ। ਜਿਵੇਂ ਕਿਸੇ ਨੇ ਐਕਟਿਵਾ ਚਲਾਉਣੀ ਹੈ ਤਾਂ ਉਹਦੇ ਨਾਲ 2 ਐਕਸਟਰਾ ਟਾਇਰ ਲਵਾਉਣੇ ਪੈਂਦੇ ਨੇ, ਤਾਂ ਉਹ 35-40 ਤੋਂ ਵੱਧ ਜਿਹੜੀ ਹੈਗੀ ਆ ਉਹ ਸਪੀਡ ਤੋਂ ਵਹੀਕਲ ਨਹੀਂ ਭਜਾ ਸਕਦੇ। ਇਹ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਲਈ ਇਨਸਟਰਕਸ਼ਨ ਹੁੰਦੀਆਂ ਨੇ ਕਿ 35-40 ਤੋਂ ਵੱਧ ਜਿਹੜਾ ਹੈਗਾ ਤੁਸੀਂ ਉਹ ਵਹੀਕਲ ਨਹੀਂ ਚਲਾ ਸਕਦੇ। ਹੈਂਡੀਕੈਪਡ ਦਾ ਵੀ ਅਡੈਪਟਡ ਵਹੀਕਲਸ ਦਾ ਵੀ ਜਿਹੜਾ ਹੈਗਾ ਉਹ ਲਾਇਸੈਂਸ ਬਣਦਾ। ਅੱਛਾ, ਸਾਡੇ ਈ ਰਿਕਸ਼ਾ ਵਗੈਰਾ ਹੁੰਦੇ ਨੇ, ਈ ਬਾਈਕਸ ਵਗੈਰਾ ਹੁੰਦੀਆਂ ਨੇ, ਇਹਨਾਂ ਦੇ ਲਈ ਕਿਹੜਾ ਲਾਇਸੈਂਸ ਜਿਹੜਾ ਹੁੰਦਾ, ਜਿਹੜੇ ਨਾਲ ਅਸੀਂ ਨਾਰਮਲ ਮੋਟਰਸਾਈਕਲ ਚਲਾਉਣੇ ਉਹ ਲਾਇਸੈਂਸ ਹੁੰਦਾ ਜਾਂ ਇਹਨਾਂ ਦੇ ਲਈ ਵੀ ਅਲੱਗ ਲਾਇਸੈਂਸ ਹੁੰਦਾ ਈ ਰਿਕਸ਼ਾ ਵਗੈਰਾ ਦੇ ਲਈ? ਈ ਰਿਕਸ਼ਾ ਜਿਹੜੇ ਤੁਸੀਂ ਗੱਲ ਕਰਦੇ ਹੋ ਜਿਹੜੇ ਸ਼ਹਿਰਾਂ ਦੇ ਵਿੱਚ ਚੱਲਦੇ ਨਾ, ਹਾਂਜੀ, ਇਹਦਾ ਈ ਰਿਕਸ਼ੇ ਦਾ ਅਲੱਗ ਹੁੰਦਾ ਲਾਇਸੈਂਸ। ਅੱਛਾ, ਇਹਨਾਂ ਦੀ ਅਲੱਗ। ਹਾਂਜੀ, ਈ ਰਿਕਸ਼ਾ ਈ ਕਾਰਟ ਦਾ ਜਿਹੜਾ ਹੈਗਾ ਅਲੱਗ ਹੁੰਦਾ, ਜਿਨ੍ਹਾਂ ਨੂੰ ਈ ਰਿਕਸ਼ਾ ਕਹਿ ਦਿੰਦੇ ਆ, ਇਹਦਾ ਲਾਇਸੈਂਸ ਅਲੱਗ ਹੁੰਦਾ ਜੀ। ਅੱਛਾ, ਇੰਨੀਆਂ ਕੈਟੇਗਰੀਆਂ ਮਨੀਸ਼ ਭਾਈ, ਚਲੋ ਤੁਸੀਂ ਇੰਸਟ੍ਰਕਟਰ ਹੋ ਹਨਾ, ਤੁਹਾਨੂੰ ਪਤਾ ਆ, ਪਰ ਮੈਨੂੰ ਲੱਗਦਾ ਸ਼ਾਇਦ ਟ੍ਰੈਫਿਕ ਪੁਲਿਸ ਦੇ ਵਿੱਚ ਜੇਕਰ ਕੋਈ ਜੋ ਖੜੇ ਹੁੰਦੇ ਆ ਉਹ ਸਿਰਫ ਇੰਨਾ ਪੁੱਛਦੇ ਆ, ਜਿਵੇਂ ਹੁਣ ਗੱਡੀ ਰੋਕ ਲੈਂਦੇ ਆ, ਮੋਟਰਸਾਈਕਲ ਰੋਕ ਲਿਆ, ਉਹਨਾਂ ਨੇ ਸਿਰਫ ਇਹ ਚੀਜ਼ ਪੁੱਛਦੇ ਆ ਕਿ ਭਾਈ ਲਾਇਸੈਂਸ ਹੈਗਾ, ਲਾਇਸੈਂਸ ਦਿਖਾਇਆ। ਸ਼ਾਇਦ ਉਹ ਇਹ ਤੱਕ ਨਹੀਂ ਦੇਖਦੇ ਕਿ ਹੈਵੀ ਆ, ਲਾਈਟ ਆ ਜਾਂ ਕੀ ਆ ਜੀ। ਮੈਂ ਤੁਹਾਨੂੰ ਇੱਕ ਚਲੋ ਮੈਂ ਨਾਂ ਨਹੀਂ ਲੈਂਦਾ, ਚਲੋ ਸਾਡੇ ਸਾਰੇ ਭਰਾ ਨੇ, ਸਾਡੀ ਪੁਲਿਸ ਦੀ ਮੈਂ ਪੰਜਾਬ ਬਹੁਤ ਇੱਜ਼ਤ ਕਰਦਾ। ਸਾਡੇ ਕੋਲ ਮੇਰੇ ਕੋਲੇ ਕਿਸੇ ਸ਼ਹਿਰ ਦੇ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਟ੍ਰੈਫਿਕ ਇੰਚਾਰਜ ਲਾਇਆ ਹੋਇਆ ਉਹਨੂੰ ਸ਼ਹਿਰ ਦਾ, ਤਾਂ ਉਹਦਾ ਵੀ ਜਨਾਬ ਜੀ ਮੋਟਰਸਾਈਕਲ ਦਾ ਲਾਇਸੈਂਸ ਨਹੀਂ ਬਣਿਆ ਹੋਇਆ। ਅੱਛਾ ਜੀ। ਉਹਨੂੰ ਵੀ ਮੈਂ ਦੱਸਿਆ ਕਿ ਭਾਈ ਤੇਰੇ ਮੋਟਰਸਾਈਕਲ ਦਾ ਲਾਇਸੈਂਸ ਨਹੀਂ ਬਣਿਆ ਹੋਇਆ। ਉਹਦੇ ਵੀ ਲਾਇਸੈਂਸ ਦੇ ਉੱਪਰ LMV ਤੇ ਟਰਾਂਸ ਲਿਖਿਆ ਹੋਇਆ ਸੀਗਾ। ਉਹਨੂੰ ਵੀ ਮੇਰੇ ਤੋਂ ਪਤਾ ਲੱਗਿਆ ਕਿ ਮੇਰਾ ਮੋਟਰਸਾਈਕਲ ਦਾ ਲਾਇਸੈਂਸ ਨਹੀਂ ਬਣਿਆ ਹੋਇਆ। ਹਾਂ, ਮੋਟਰਸਾਈਕਲ ਚਲਾ ਰਿਹਾ, ਤੇ ਨਾਲੇ ਸਭ ਤੋਂ ਵੱਡੀ ਗੱਲ ਕਿ ਉਹ ਟ੍ਰੈਫਿਕ ਦਾ ਇੰਚਾਰਜ ਹੈ ਕਿਸੇ ਸ਼ਹਿਰ ਦਾ। ਕੀ ਗੱਲ ਹੈ, ਟ੍ਰੈਫਿਕ ਇੰਚਾਰਜ ਦਾ ਮੋਟਰਸਾਈਕਲ ਦਾ ਲਾਇਸੈਂਸ ਨਹੀਂ ਬਣਿਆ ਹੋਇਆ। ਉਹੀ ਗੱਲ ਆ, ਉਹਨੇ ਲੋਕਾਂ ਨੂੰ ਰੋਕ ਚਲਾਨ ਉਹਨਾਂ ਦੇ ਕੱਟਣੇ ਆ, ਪਰ ਆਪ ਦਾ ਬਣਿਆ ਨਹੀਂ ਹੋਇਆ ਨਾ। ਹਾਂਜੀ, ਆਪ ਦਾ ਉਹਦਾ ਮੋਟਰਸਾਈਕਲ ਦਾ ਜਿਹੜਾ ਹੈਗਾ ਉਹ ਸ਼ਾਇਦ ਚਲੋ ਵਿਚਾਰੇ ਪੁਲਿਸ ਦੇ ਵਿੱਚ ਹੀ ਹੁੰਦੇ ਨੇ, ਉਹਨਾਂ ਦੀ ਡਿਊਟੀਆਂ ਲੱਗ ਜਾਂਦੀਆਂ। ਇੱਕ ਹੋਰ ਦੱਸੋ ਸਾਨੂੰ, ਸਿਰਫ ਤੁਸੀਂ ਅੱਜ ਜਾਣਕਾਰੀ ਦਿੱਤੀ, ਮੈਂ ਹਾਲਾਂਕਿ ਇਸ ਤੋਂ ਪਹਿਲਾਂ ਤੁਸੀਂ ਜਦੋਂ ਮੇਰੇ ਨਾਲ ਗੱਲ ਕੀਤੀ ਸੀ ਆਫ ਰਿਕਾਰਡ, ਮੈਨੂੰ ਪਤਾ ਲੱਗਾ, ਤੁਹਾਡੇ ਤੋਂ ਪਤਾ ਲੱਗਾ ਕਿ ਇੰਨੇ ਤਰ੍ਹਾਂ ਦੇ ਲਾਇਸੈਂਸ ਹਨ। ਸਾਨੂੰ ਇਸ ਤੋਂ ਪਹਿਲਾਂ ਲਾਇਸੈਂਸ ਦੀ ਜਾਣਕਾਰੀ ਇਹੀ ਹੁੰਦੀ ਹੈ ਕਿ ਭਾਈ ਇੱਕ ਹੈਵੀ ਅਤੇ ਇੱਕ ਲਾਈਟ ਹੈ। ਹਾਂਜੀ ਹਾਂਜੀ, ਪਹਿਲਾਂ ਲਰਨਿੰਗ ਬਣਾ ਲਓ, ਫਿਰ ਲਾਈਟ ਬਣਾ ਲਓ, ਫਿਰ ਹੈਵੀ ਬਣਾ ਲਓ, ਤੁਸੀਂ ਪਾਸ ਹੋ। ਜਿਵੇਂ ਤੁਸੀਂ ਕਿਹਾ ਕਿ ਜਿਹੜੇ ਦਾ ਹੈਵੀ ਲਾਇਸੈਂਸ ਹੁੰਦਾ ਸਾਡੇ ਪੰਜਾਬ ਦੇ ਵਿੱਚ, ਉਹ ਤੁਹਾਡੇ ਲਈ ਗੱਲ, ਉਹ ਤਾਂ ਕਹਿੰਦਾ ਭਾਵੇਂ ਮੈਨੂੰ ਹਵਾਈ ਜਹਾਜ਼ ਫੜਾ ਦਿਓ, ਭਾਵੇਂ ਟ੍ਰੇਨ ਅੱਛਾ, ਇੱਕ ਟ੍ਰੇਨ ਦਾ ਰਹਿ ਗਿਆ, ਟ੍ਰੇਨ ਦਾ ਜ਼ਰੂਰ ਦੱਸਿਓ, ਅਲੱਗ ਹੁੰਦਾ ਲਾਇਸੈਂਸ ਟ੍ਰੇਨ ਦੇ ਲਈ ਵੀ? ਬਸ ਉਹ ਸਾਡੇ ਜੇ ਹਵਾਈ ਜਹਾਜ਼ ਹੀ ਆ ਗਿਆ ਤਾਂ ਸਾਰੇ ਵਹੀਕਲ ਹੀ ਆ ਗਏ, ਟ੍ਰੇਨ ਤਾਂ ਫਿਰ ਛੋਟੀ ਜੀ ਗੱਲ ਹੀ ਆ। ਤੇ ਇਹ ਹੁਣ ਜਿਹੜੇ ਕਈਆਂ ਦੇ ਨਾ ਲਾਇਸੈਂਸ ਦੇ ਉੱਪਰ ਕੱਲਾ ਟਰਾਂਸ ਲਿਖਿਆ ਹੁੰਦਾ, ਉਹ ਕਾਰਾਂ ਚਲਾਉਂਦੇ ਹੁੰਦੇ ਆ। ਹੁਣ ਦੇਖੋ, ਟਰਾਂਸਪੋਰਟ ਦਾ ਲਾਇਸੈਂਸ ਦੇ ਉੱਪਰ ਤੋਂ ਤਾਂ ਸਾਨੂੰ ਟਰਾਂਸ ਦੇ ਲਾਇਸੈਂਸ ਦੇ ਉੱਪਰ ਤਾਂ 7.5 ਟਨ ਤੋਂ ਉੱਪਰ ਵਾਲੇ ਵਹੀਕਲਾਂ ਦੀ ਪਰਮਿਸ਼ਨ ਮਿਲੀ ਆ।
ਤਾਂ ਅਸੀਂ ਸਾਡਾ ਟਰਾਂਸ ਦਾ ਲਾਇਸੈਂਸ ਬਣਿਆ ਤਾਂ ਅਸੀਂ ਕਾਰ ਵੀ ਨਹੀਂ ਚਲਾ ਸਕਦੇ। ਕਾਰ ਲਈ LMV ਲਾਇਸੈਂਸ ਦਾ ਹੋਣਾ ਜ਼ਰੂਰੀ ਹੈ ਸਾਡੇ ਕੋਲੇ। ਇਹ ਜਿਹੜੀਆਂ ਹੈਗੀਆਂ ਸੀ ਮੈਂ ਤੁਹਾਨੂੰ ਜੋ ਵੀ ਕੈਟਾਗਰੀਜ਼ ਦੱਸੀਆਂ ਨੇ, ਉਹ ਮੰਨ ਲਾ ਸ਼ਾਇਦ ਇੱਕ ਦੇਖਦੇ ਆ ਨਾ ਵੀ ਜੇ ਸਾਨੂੰ ਟਰੱਕ ਦਾ ਮਿਲ ਗਿਆ ਹਾਂ, ਉਹ ਉਦੋਂ ਸਾਰੇ ਮਿਲ ਗਿਆ। ਛੋਟੀਆਂ ਤਾਂ ਅਸੀਂ ਚਲਾ ਹੀ ਸਕਦੇ ਆ। ਜੇ ਉਹ ਅਸਲ ਦੇ ਵਿੱਚ ਜਿਹੜੇ ਇਹ ਕੁਝ ਏਜੰਟ ਵੀਰ ਜਿਹੜੇ ਹੈਗੇ ਨੇ ਜਿਹੜੇ ਆ ਲਾਇਸੈਂਸਾਂ ਦਾ ਕੰਮ ਕਰਦੇ ਨੇ, ਇਹਨਾਂ ਨੂੰ ਵੀ ਵਿਚਾਰਿਆਂ ਨੂੰ ਚਲੋ ਸਿੱਖੇ ਹੁੰਦੇ ਨੇ, ਆਪਦੀ ਰੋਜੀ ਰੋਟੀ ਦਾ ਰੁਜ਼ਗਾਰ ਬਣਾਇਆ ਹੋਇਆ ਵਿਚਾਰਿਆਂ ਨੇ, ਪਰ ਕੈਟਾਗਰੀਜ਼ ਬਾਰੇ ਇਹਨਾਂ ਨੂੰ ਵੀ ਨਹੀਂ ਕਿ ਕਿਹੜੇ ਵੀ। ਹੁਣ ਰੋਲਾ ਇਹ ਆਉਂਦਾ ਨਾ ਕਿ ਮੰਨ ਲਓ ਰੱਬ ਨਾ ਕਰੇ ਅੱਜ ਦੇ ਟਾਈਮ ਰੋਡਾਂ ਤੇ ਚੱਲਣਾ ਕਿਸੇ ਯੁੱਧ ਤੋਂ ਘੱਟ ਨਹੀਂ ਹੈਗਾ। ਤੁਹਾਡੇ ਅੱਗੇ ਪਤਾ ਨਹੀਂ ਕਿਹਨੇ ਆ ਜਾਣਾ, ਕਿਸ ਸਮੇਂ ਆ ਜਾਣਾ, ਕੋਈ ਅੰਦਾਜ਼ਾ ਨਹੀਂ ਹੈਗਾ ਡਰਾਈਵਰ ਕਿਹੋ ਜਿਹਾ ਹੋਊਗਾ। ਇਸ ਕਰਕੇ ਅਗਰ ਰੱਬ ਨਾ ਕਰੇ ਸਾਨੂੰ ਕਲੇਮ ਲੈਣੇ ਪੈਂਦੇ ਆ, ਯਸ ਮੇਰੇ ਹੱਥੋਂ ਪ੍ਰਵਾਦਵਾ ਨਾ ਕਰੇ ਕੋਈ ਮੰਨ ਲਓ ਬੰਦਾ ਮਰ ਜੇ, ਜਿਹੜਾ ਵਹੀਕਲ ਦਾ ਮੇਰੇ ਲਾਇਸੈਂਸ ਹੀ ਨਹੀਂ ਬਣਿਆ ਹੋਇਆ, ਬੀਮਾ ਕੰਪਨੀ ਮੈਨੂੰ ਬੀਮਾ ਕਿਵੇਂ ਦੇਊਗੀ? ਉਹ ਜਿੰਨਾ ਵੀ ਬੀਮਾ ਉਹ ਮੈਨੂੰ ਮੇਰੀ ਜੇਬ ਦੇ ਵਿੱਚੋਂ ਭਰਨਾ ਪਊਗਾ। ਤੇ ਅੱਜ ਦੀ ਡੇਟ ਦੇ ਵਿੱਚ ਕਿਸੇ ਮਰੇ ਦਾ ਕਲੇਮ ਲੱਖਾਂ ਰੁਪਈਆਂ ਦੇ ਵਿੱਚ ਪੈਂਦੇ ਆ ਜਨਾਬ ਜੀ, ਲੱਖਾਂ ਰੁਪਏ ਇਹ ਕਲੇਮ ਪੈਂਦੇ ਹੁੰਦੇ ਆ। ਉਹਦੀ ਏਜ ਕਿੰਨੀ ਆ, ਉਹਦੀ ਇਨਕਮ ਕਿੰਨੀ ਆ, ਇਸ ਤਰ੍ਹਾਂ ਐਸਟੀਮੇਟ ਬੰਦੇ ਹੁੰਦੇ ਆ। ਹੁਣ ਇੱਕ ਬੰਦਾ ਮੇਰੇ ਹੱਥੋਂ ਮਾਰਿਆ ਗਿਆ ਜਿਹਦੀ 50,000 ਤਨਖਾਹ ਹੈ, ਮੰਨ ਲਓ ਉਹ ਪ੍ਰਾਈਵੇਟ ਕੰਮ ਕਰਦਾ ਜਾਂ ਜੋ ਵੀ ਮੰਨ ਲਓ ਕਿਸੇ ਮਹਿਕਮੇ ਦੇ ਵਿੱਚ ਕੰਮ ਕਰਦਾ, ਅਗਰ ਉਹਦੀ 50,000 ਤਨਖਾਹ ਹੈ ਤਾਂ ਮੈਂ ਤਾਂ ਮਾਰਦਾ ਉਹਨੂੰ, ਮੇਰੇ ਵਹੀਕਲ ਦੇ ਵਿੱਚ ਵੱਜ ਗਿਆ। ਅਗਰ FIR ਗਈ, ਕੋਰਟ ਦੇ ਵਿੱਚ ਕੇਸ ਗਿਆ, ਤਾਂ ਕਲੇਮ ਇਸ ਤਰੀਕੇ ਨਾਲ ਪਊਗਾ। ਮੈਂ ਇੱਕ ਐਸਟੀਮੇਟ ਮੈਂ ਤੁਹਾਨੂੰ ਦੱਸ ਰਿਹਾ, 50,000 ਦੇ ਹਿਸਾਬ ਨਾਲ ਮੰਨ ਲਓ ਉਹਦੀ ਮੁੰਡੇ ਦੀ 28 ਸਾਲ ਮੰਨ ਲਓ ਏਜ ਹੈ, ਉਹਨੇ 58-60 ਦੇ ਵਿੱਚ ਰਿਟਾਇਰ ਹੋਣਾ। ਚਲੋ 58 ਸਾਲ ਦੇ ਵਿੱਚ ਰਿਟਾਇਰ ਹੋਣਾ, 30 ਸਾਲ ਨੌਕਰੀ ਪਈ ਹੈ, 50,000 ਦੇ ਹਿਸਾਬ ਨਾਲ 1 ਸਾਲ ਦੀ ਸੈਲਰੀ ਉਹਦੀ 6 ਲੱਖ ਬਣਦੀ ਹੈ, ਤੇ 30 ਸਾਲਾਂ ਦੀ ਸੈਲਰੀ 1 ਕਰੋੜ 80 ਲੱਖ ਰੁਪਈਆ ਬਣਦੀ ਹੈ। ਉਹ ਕਲੇਮ ਦੇ ਰੂਪ ਦੇ ਵਿੱਚ ਜਾਂ ਤਾਂ ਮੈਨੂੰ ਭਰਨੀ ਪਊਗੀ ਤੇ ਜਾਂ ਬੀਮਾ ਕੰਪਨੀ ਨੂੰ, ਮੇਰੀ ਬੀਮਾ ਕੰਪਨੀ ਭਰੇਗੀ। ਤੇ ਪਰ ਬੀਮਾ ਕੰਪਨੀ ਐਵੇਂ ਥੋੜਾ ਦੇ ਦਊਗੀ, ਉਹ ਸਾਡੇ ਲਾਇਸੈਂਸ ਦੀ ਚੈਕਿੰਗ ਕਰੂਗੀ ਕਿ ਜਿਹੜਾ ਵਹੀਕਲ ਇਹ ਚਲਾ ਰਿਹਾ ਇਸ ਦੇ ਅਕੋਰਡਿੰਗ ਇਹਦੇ ਕੋਲ ਲਾਇਸੈਂਸ ਹੈਗਾ ਜਾਂ ਨਹੀਂ ਹੈਗਾ। ਅੱਜ ਕੱਲ੍ਹ ਕਲੇਮ ਇੰਨੇ ਹੈਗੇ ਆ, ਕੁਝ ਕਲੇਮ ਜਿਵੇਂ ਮੈਂ ਤੁਹਾਨੂੰ ਦੱਸ ਤੱਕ ਮੁਲਾਜ਼ਮ ਵਰਗ ਦੇ ਜਿਹੜੇ ਕਲੇਮ ਹੈ ਉਹ ਕਰੋੜਾਂ ਦੇ ਵਿੱਚ ਜਾਂਦੇ ਆ। ਮੰਨ ਲਓ ਆਪਣੀ ਜੇਬ ਦੇ ਵਿੱਚੋਂ ਕਰੋੜਾਂ ਰੁਪਏ ਸਾਨੂੰ ਮੰਨ ਲਓ ਜੇ ਭਰਨੇ ਪੈ ਜਾਣ, ਭਰ ਲਾਂਗੇ ਅਸੀਂ। ਇਸ ਕਰਕੇ ਸਾਡਾ ਜਿਹੜੇ ਬੀਮਾ ਕੰਪਨੀ ਉਹ ਸਾਡੇ ਵਿੱਚ ਖੜੀ ਆ। ਬੀਮਾ ਕੰਪਨੀ ਕਹਿੰਦੀ ਤੁਸੀਂ ਬੀਮਾ ਕਰਾਓ, ਤੁਹਾਨੂੰ ਕੋਈ ਕਲੇਮ ਪੈ ਗਿਆ ਉਹ ਕਲੇਮ ਅਸੀਂ ਭਰਾਂਗੇ, ਪਰ ਉਹ ਵੀ ਕਲੇਮ ਤਾਂ ਭਰਨਗੇ ਅਗਰ ਸਾਡਾ ਲਾਇਸੈਂਸ ਅਕੋਰਡਿੰਗ ਟੂ ਵਹੀਕਲ ਹੋਊਗਾ ਤਾਂ ਫਿਰ। ਅੱਛਾ ਮਨੀਸ਼ ਭਾਈ, ਬੜੀ ਵਧੀਆ ਜਾਣਕਾਰੀ ਪਹਿਲਾਂ ਤਾਂ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ, ਤੁਹਾਡੇ ਧੰਨਵਾਦੀਆਂ। ਤੇ ਜੋ ਕੋਈ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦਾ, ਤੁਹਾਡੇ ਨਾਲ ਜੁੜਨਾ ਚਾਹੁੰਦਾ, ਕਿਸ ਤਰ੍ਹਾਂ ਦੇ ਨਾਲ ਜੁੜ ਸਕਦਾ ਹੈ? ਮੇਰਾ ਫੇਸਬੁੱਕ ਤੇ ਵੀ ਚੈਨਲ ਹੈ ਡਰਾਈਵ ਵਿਦ ਮਨੀਸ਼, ਮੇਰਾ YouTube ਤੇ ਵੀ ਚੈਨਲ ਹੈ ਡਰਾਈਵ ਵਿਦ ਮਨੀਸ਼, ਇੰਸਟਾਗ੍ਰਾਮ ਤੇ ਵੀ ਮੇਰਾ ਜਿਹੜੀ ID ਹੈ ਉਹ ਵੀ ਡਰਾਈਵ ਵਿਦ ਮਨੀਸ਼ ਤੇ ਹੈ। ਹਾਂ, ਮੇਰੇ ਤੁਸੀਂ ਨਾਲ ਰਾਬਤਾ ਕਰ ਸਕਦੇ ਹੋ। ਮੇਰਾ ਮੋਬਾਈਲ ਨੰਬਰ ਜਿਹੜਾ ਡਰਾਈਵ ਵਿਦ ਮਨੀਸ਼ 9988567271 ਜਿਹੜਾ ਹੈਗਾ ਉਹ ਮੇਰਾ ਮੋਬਾਈਲ ਨੰਬਰ ਹੈ, ਤੇ ਡਰਾਈਵ ਵਿਦ ਮਨੀਸ਼ ਦੇ ਨਾਮ ਤੇ ਮੇਰੀ IDs ਨੇ ਹੈਗੀਆਂ ਨੇ ਜੀ। ਮਨੀਸ਼ ਭਾਈ, ਤੁਸੀਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਕੇ ਤੁਸੀਂ ਸਾਡੇ ਮਾਧਿਅਮ ਦੇ ਰਾਹੀਂ ਸਰੋਤਿਆਂ ਦੇ ਰੂਬਰੂ ਹੁੰਦੇ ਰਹੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ। ਸੋ ਮੇਰੇ ਨਾਲ ਬਾਈ ਮੁਨੀਸ਼ ਸੀ। ਜਿਵੇਂ ਤੁਹਾਨੂੰ ਅਸੀਂ ਦੱਸਿਆ ਕਿ ਅਕਸਰ ਸਾਡੇ ਸਮਾਜ ਦੇ ਵਿੱਚ ਸਾਡੇ ਆਲੇ ਦੁਆਲੇ ਤਾਂ ਇਹੀ ਆਖਿਆ ਜਾਂਦਾ ਕਿ ਭਾਈ ਲਾਇਸੈਂਸ, ਡਰਾਈਵਿੰਗ ਲਾਇਸੈਂਸ ਚਾਹੀਦਾ, ਪਹਿਲਾਂ ਲਰਨਿੰਗ ਬਣਦਾ, ਫਿਰ ਲਾਈਟ ਬਣਦਾ, ਫਿਰ ਹੈਵੀ ਬਣਦਾ। ਜਿਵੇਂ ਬਾਈ ਹੋਰਾਂ ਨੇ ਦੱਸਿਆ ਕਿ ਕਹਿੰਦੀ ਜਿਹਦਾ ਹੈਵੀ ਬਣ ਜਾਂਦਾ ਉਹ ਕਹਿੰਦਾ ਮੇਰਾ ਤਾਂ ਹੈਵੀ ਬਣ ਗਿਆ, ਹੁਣ ਭਾਵੇਂ ਮੈਂ ਹਵਾਈ ਜਹਾਜ਼ ਚਲਾ ਲਾਂ। ਤੇ ਇਹਦਾ ਹੈਵੀ ਬਣ ਜਾਂਦਾ ਉਹ ਕਹਿੰਦਾ ਕਿ ਭਾਈ ਹੁਣ ਤਾਂ ਛੋਟੀਆਂ ਮੋਟੀਆਂ ਗੱਡੀਆਂ, ਮੋਟਰਸਾਈਕਲ ਜਿਹੜੇ ਆ ਉਹ ਤਾਂ ਮੈਂ ਚਲਾ ਹੀ ਸਕਦਾ। ਤੇ ਇਹ ਇੰਟਰਵਿਊ ਦੇਖਣ ਤੋਂ ਬਾਅਦ ਮੈਂ ਉਮੀਦ ਕਰਦਾ ਤੁਸੀਂ ਸਾਰੇ ਸਭ ਤੋਂ ਪਹਿਲਾਂ ਆਪਣੇ ਵਾਲਟ ਕੱਢ ਕੇ ਆਪਣੇ ਡਰਾਈਵਿੰਗ ਲਾਇਸੈਂਸ ਦੇਖੋਗੇ ਕਿ ਭਾਈ ਕਿਹੜਾ ਲਾਇਸੈਂਸ ਅਸੀਂ ਕਿਹੜਾ ਵਾਹਨ ਚਲਾ ਰਹੇ ਹਾਂ, ਕਿਹੜਾ ਵਹੀਕਲ ਅਸੀਂ ਚਲਾ ਰਹੇ ਹਾਂ, ਤੇ ਉਸ ਵਹੀਕਲ ਦੇ ਹਿਸਾਬ ਦੇ ਨਾਲ ਕੀ ਸਾਡਾ ਲਾਇਸੈਂਸ ਬਿਲਕੁਲ ਸਹੀ ਆ। ਤੇ ਜੇ ਨਹੀਂ ਤਾਂ ਮੈਂ ਚਾਹੂੰਗਾ ਕਿ ਤੁਸੀਂ ਕੱਲ੍ਹ ਨੂੰ ਹੀ ਜਾਓ ਤੇ ਪ੍ਰੋਸੈਸ ਸ਼ੁਰੂ ਕਰੋ ਜੋ ਤੁਸੀਂ ਵਾਹਨ ਜਿਹੜਾ ਹੈਗਾ ਉਹ ਚਲਾ ਰਹੇ ਹੋ। ਕੋਈ ਜਿਸ ਤਰ੍ਹਾਂ ਦੇ ਨਾਲ ਬਾਈ ਨੇ ਕਿਹਾ ਕਿ ਰੱਬ ਨਾ ਕਰੇ ਕੱਲ੍ਹ ਨੂੰ ਕਿਸੇ ਤਰ੍ਹਾਂ ਦੀ ਦੁਰਘਟਨਾ ਹੁੰਦੀ ਆ ਤਾਂ ਸ਼ਾਇਦ ਅਸੀਂ ਇੰਨੇ ਯੋਗ ਵੀ ਨਹੀਂ ਹੁੰਦੇ ਕਿ ਕਰੋੜਾਂ ਰੁਪਈਆ ਜਿਹੜਾ ਉਹ ਕਿਸੇ ਨੂੰ ਦੇ ਸਕੀਏ, ਕਿ ਭਰਪਾਈ ਇੰਨੀ ਜਿਹੜੀ ਆ ਉਹ ਕਰ ਸਕੀਏ। ਤਾਂ ਉਸ ਤੋਂ ਚੰਗੀ ਗੱਲ ਇਹੀ ਆ ਕਿ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਉਸ ਦੇ ਹਿਸਾਬ ਦੇ ਨਾਲ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਜ਼ਰੂਰ ਚੈੱਕ ਕਰਿਓ। ਤੇ ਜੋ ਬਾਈ ਹੋਰਾਂ ਦੇ ਨਾਲ ਰਾਬਤਾ ਕਰਨਾ ਚਾਹੁੰਦਾ, ਬਾਈ ਨੇ ਆਪਣਾ ਕੰਟੈਕਟ ਨੰਬਰ, ਸੰਪਰਕ ਨੰਬਰ ਬੋਲਿਆ, ਇਸ ਵੇਲੇ TV ਸਕਰੀਨ
ਦੇ ਉੱਪਰ ਬਾਈ ਹੋਰਾਂ ਦਾ ਸੰਪਰਕ ਨੰਬਰ ਜਿਹੜਾ ਹੈਗਾ ਉਹ ਚੱਲ ਰਿਹਾ ਹੋਣਾ, ਤੇ ਡਰਾਈਵ ਵਿਦ ਮਨੀਸ਼ ਦੇ ਫੇਸਬੁੱਕ ਪੇਜ ਤੇ ਤੁਸੀਂ ਜਾ ਸਕਦੇ ਹੋ, YouTube ਚੈਨਲ ਤੇ ਤੁਸੀਂ ਜਾ ਸਕਦੇ ਹੋ, ਇੰਸਟਾਗ੍ਰਾਮ ਪੇਜ ਤੇ ਜਾ ਸਕਦੇ ਹੋ, ਮਨੀਸ਼ ਬਾਈ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।